मैम कल कैंडल मार्च करके आए हो, बहुत लोग उस कैंडल मार्च का हिस्सा बने, इंसाफ की मांग कर रहे। पर सब तो पहला मेरा सवाल यही है कि पंजाबी म्यूजिक इंडस्ट्री किते ना किते इस कैंडल मार्च तो पिछे हटती हुई दिखाई देती, क्यों? देखो कुछ जणियां दे रुझेवें सी अपने, कोई बाहर गए हुए या काफ़ी सारे आर्टिस्ट शोज़ वगैरह चल रहे क्योंकि सीज़न है ओवरसीज़ ਦਾ। पर ਜਿਹੜੇ ਇੱਥੇ ਸੀਗੇ ਪੰਜਾਬ ਦੇ ਵਿੱਚ ਸੀਗੇ, ਇੰਡੀਆ ਦੇ ਵਿੱਚ ਸੀਗੇ, ਉਹ ਵੀ ਨਹੀਂ ਪਹੁੰਚੇ। ਉੱਥੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿ ਕਿਉਂ? ਅਗਰ ਰਿਜ਼ਲਟ ਨਹੀਂ ਮਿਲਦਾ ਸੋ ਅਸੀਂ ਅੱਗੇ ਵੀ ਕਾਰਵਾਈ ਜਿਹੜੀ ਵੀ ਹੈਗੀ ਆ ਅੰਕਲ ਹੁਣ ਦੀ ਗਾਈਡੈਂਸ ਦੇ ਵਿੱਚ ਜੋ ਵੀ ਅੱਗੇ ਕਾਲ ਮਿਲੇਗੀ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਉਮੀਦ ਕਰਦੇ ਹਾਂ ਕਿ ਅਗਰ ਇਸ ਵਾਰ ਨਹੀਂ ਪਹੁੰਚ ਸਕੇ ਇੰਡਸਟਰੀ 'ਚ ਕੋਈ ਵੀ ਇਸ ਵਾਰੀ ਨਹੀਂ ਪਹੁੰਚਿਆ ਉਹ ਅਗਲੀ ਵਾਰ ਜ਼ਰੂਰ ਪਹੁੰਚਣਗੇ। ਰੁਪਿੰਦਰ ਜੀ ਤੁਸੀਂ ਪਹੁੰਚਣ ਦੀ ਗੱਲ ਕਰ ਰਹੇ ਹੋ ਪਰ ਇਹ ਲੋਕਾਂ ਦੇ ਵੱਲੋਂ ਜਾਂ ਬਹੁਤ ਸਾਰੀ ਸ਼ਖਸੀਅਤਾਂ ਦੇ ਵੱਲੋਂ ਪੋਸਟ ਤੱਕ ਨਹੀਂ ਸ਼ੇਅਰ ਕੀਤੀ ਗਈ। ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਹੈ ਸਾਨੂੰ ਪੋਲੀਟੀਕਲ ਅਦਾਰਿਆਂ ਤੋਂ ਪਹਿਲਾਂ ਸਾਨੂੰ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ ਇੰਡਸਟਰੀ ਉਹਦੀ ਲੋੜ ਹੈ ਇਕੱਠੇ ਹੋਣ ਦੀ ਔਰ ਅਗਰ ਇਹੀ ਨਹੀਂ ਇਕੱਠੇ ਹੁੰਦੇ ਤਾਂ ਫਿਰ ਅਸੀਂ ਉਮੀਦ ਕਿਹਦੇ ਤੋਂ ਕਰ ਸਕਦੇ ਆ। ਆਰਟਿਸਟ ਦੀ ਗੱਲਬਾਤ ਸੁਣੀ ਜਾਂਦੀ ਆ, ਉਹਨਾਂ ਦੀਆਂ ਫਿਲਮਾਂ ਬਣਦੀਆਂ, ਲੋਕ ਥੀਏਟਰਸ ਦੇ ਵਿੱਚ ਜਾਂਦੇ ਨੇ, ਉਸ ਵੇਲੇ ਅਸੀਂ ਪ੍ਰਮੋਸ਼ਨ ਕਰਦੇ ਆ ਨਾ, ਉਸ ਵੇਲੇ ਅਸੀਂ ਸਾਰਿਆਂ ਨੂੰ ਜਾ ਕਾਲਜਾਂ 'ਚ ਜਾ ਕੇ ਵੀ ਅਸੀਂ ਪ੍ਰਮੋਸ਼ਨਸ ਕਰਦੇ ਹਾਂ, ਅਸੀਂ ਉਹਦੇ ਲਈ ਟਾਈਮ ਕੱਢਦੇ ਹਾਂ ਤੇ ਆਪਣੇ ਬੰਦਿਆਂ ਲਈ ਵੀ ਟਾਈਮ ਕੱਢਣਾ ਜ਼ਰੂਰੀ ਹੈ। ਸਾਡਾ ਫਰਜ਼ ਬਣਦਾ ਹੈ ਨਾ, ਮੈਂ ਤਾਂ ਸਿਰਫ ਇਹੀ ਕਹਿ ਸਕਦੀ ਹਾਂ ਸਾਡਾ ਫਰਜ਼ ਬਣਦਾ। ਹੁਣ ਪਤਾ ਲੱਗੂਗਾ ਕਿ ਕਿਹੜੇ ਫਰਜ਼ ਦੇ ਨਾਲ ਖੜਦੇ ਆ, ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਆ। ਬਹੁਤ ਲੋਕ ਗੱਲਾਂ ਕਰ ਗਏ, ਬੜੇ ਇੰਟਰਵਿਊਜ਼ ਕਰ ਗਏ, ਬੜਾ ਉਹਦਾ ਨਾਂ ਲੈ ਕੇ ਬੋਲ ਗਏ, ਇਹ ਹੈ ਉਹ ਹੈ, ਹੁਣ ਪਤਾ ਲੱਗੂਗਾ। ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੱਕ ਪਾਸੇ ਲਿਖਿਆ ਹੋਇਆ ਸੀ ਟ੍ਰਿਬਿਊਟ Song ਤੇ ਦੂਜੇ ਪਾਸੇ ਜਸਟਿਸ ਨੂੰ ਲੈ ਕੇ ਸਿਰਫ ਇੱਕ ਹੀ ਜੋ ਕਾਰਟੂਨ ਟਾਈਪ ਬਣਾਇਆ ਹੋਇਆ ਸੀ ਪੋਸਟਰ। ਲੱਗਦਾ ਵੀ ਅੱਜ ਉਹ ਚੀਜ਼ ਸੱਚ ਹੋ ਰਹੀ। ਦੇਖੋ ਉਹ ਪੋਸਟਰ ਆਪਣੇ ਆਪ ਦੇ ਵਿੱਚ ਸਾਰੀ ਕਹਾਣੀ ਬਿਆਨ ਕਰ ਰਿਹਾ ਸੀਗਾ, ਉਹ ਇੱਕ ਕਟਾਕਸ਼ ਸੀਗਾ ਕੀ ਹੁੰਦਾ ਐਕਚੁਅਲ ਇਹੀ ਹੈ। ਟ੍ਰਿਬਿਊਟ ਨੂੰ ਤਾਂ ਸਾਰੇ ਤੁਰੇ ਆਉਂਦੇ ਨੇ ਕਿਉਂਕਿ ਪਤਾ ਵੀ YouTube ਚੈਨਲ ਤੇ ਪਊਗਾ, ਵਿਊਜ਼ ਹੋਣਗੇ, ਪਪੂਲੈਰਿਟੀ ਹੋਊਗੀ। ਅੱਜ ਸਿੱਧੂ ਮੂਸੇਵਾਲਾ ਹੈਸ਼ਟੈਗ ਬਹੁਤ ਫੇਮਸ ਹੈਗਾ, ਉਹਨੂੰ ਯੂਜ਼ ਕਰ ਲਿਆ ਜਾਏ। ਪਰ ਜਦੋਂ ਗੱਲ ਆਉਂਦੀ ਹੈ ਜਸਟਿਸ ਦੀ ਕਿ ਸਾਡੇ ਭਰਾ ਨੂੰ ਮਾਰਿਆ, ਸਾਡਾ ਭਰਾ ਕਿ ਆਓ ਬਈ ਉਸ ਭਰਾ ਦੇ ਲਈ ਖੜੇ ਵੀ ਹੋ, ਫਿਰ ਉੱਥੇ ਉਹ ਹੈਸ਼ਟੈਗ ਕੱਲਾ ਸਿੱਧੂ ਮੂਸੇਵਾਲਾ ਨਹੀਂ, ਫਿਰ ਜਸਟਿਸ ਫॉर ਸਿੱਧੂ ਮੂਸੇਵਾਲਾ ਵੀ ਉਹਦੇ ਲਈ ਵੀ ਤੁਸੀਂ ਆਵਾਜ਼ ਚੱਕੋ ਤੇ ਉਸ ਹੈਸ਼ਟੈਗ ਨੂੰ ਯੂਜ਼ ਵੀ ਕਰੋ। ਉਹਨੇ ਹਰ ਚੀਜ਼ ਨੂੰ, ਅਗਰ ਉਹਨੇ ਵੈਪਨ 'ਤੇ ਗਾਇਆ ਤਾਂ ਉਹਨੇ ਬੇਬਾਕੀ ਨਾਲ ਉਸ ਚੀਜ਼ ਨੂੰ ਐਕਸੈਪਟ ਵੀ ਕੀਤਾ ਕਿ ਇਹ ਮੇਰੀ ਪਰਸਨੈਲਿਟੀ ਆ, ਇਹ ਮੈਨੂੰ ਇਹ ਚੀਜ਼ ਪਸੰਦ ਹੈ ਔਰ ਮੈਂ ਕਰੂੰਗਾ। ਠੀਕ ਹੈ, ਉਹਨੇ ਇਹ ਵੀ ਅਲਰਟ ਕੀਤਾ ਕਿ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੋ, ਇਹ ਤੁਹਾਡੇ ਹੱਥ ਵਿੱਚ ਹੈਗਾ। ਹਰ ਇੱਕ ਬੰਦੇ ਨੂੰ ਆਪਣੇ ਬਾਰੇ ਪਤਾ ਹੁੰਦਾ ਕਿ ਕੀ ਚੀਜ਼ ਸਹੀ ਹੈ ਕੀ ਗਲਤ ਹੈ। ਗਾਣੇ ਹਰ ਤਰ੍ਹਾਂ ਦੇ ਗਾਏ ਆ। ਜਿਹੜਾ ਲਾਸਟ ਗਾਣਾ ਸੀ ਲਾਸਟ ਰਾਈਡ, ਲਾਸਟ ਨਹੀਂ ਮੈਂ ਕਹੂੰਗੀ, ਲਾਸਟ ਰਾਈਡ ਜਿਹੜਾ ਉਹਦਾ ਗਾਣਾ ਸੀਗਾ ਉਹ ਗਾਣੇ ਨੇ ਉਹਨੂੰ ਹੋਰ ਜ਼ਿਆਦਾ ਕਨੈਕਟ ਕਰ ਦਿੱਤਾ। ਜਦੋਂ ਉਸ ਗਾਣੇ ਨੂੰ ਸੁਣਿਆ ਪਹਿਲਾਂ ਤਾਂ ਐਂ ਲੱਗਦਾ ਸੀ ਕਿ ਇਹ ਕੀ ਗਾ ਰਿਹਾ ਹੈ ਨਾ, ਇਹ ਆਪਣੇ ਜਨਾਜ਼ੇ ਦੀ ਗੱਲ ਕਰ ਰਿਹਾ। ਅਸੀਂ ਹੈਸ਼ਟੈਗ ਮੁਹਿੰਮ ਚਲਾਈ ਆ ਤੇ ਉਹਦੇ ਨਾਲ ਲੋਕ ਜੁੜੇ ਆ ਔਰ ਉਸ ਚੀਜ਼ ਦਾ ਨਤੀਜਾ ਹੈਗਾ ਕਿ ਅੱਜ 5 ਲੋਕਾਂ ਦੇ ਹੋਰ ਨਾਮ FIR ਹੈ ਨਾ ਹੋਈ ਆ। ਇੱਥੇ ਨਾ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ, ਹੈਸ਼ਟੈਗ ਨਾਲ ਕੀ ਹੋ ਜਾਣਾ, ਵਾਪਸ ਆ ਜਾਣਾ। ਹੈਸ਼ਟੈਗ ਵਿੱਚ ਇੰਨੀ ਪਾਵਰ ਹੈ, ਅੱਜ ਦੀ ਸਰਕਾਰ ਹੈਸ਼ਟੈਗ 'ਤੇ ਚੱਲ ਰਹੀ ਹੈ। ਕਿਸਾਨ ਅੰਦੋਲਨ ਉਸ ਸੋਸ਼ਲ ਮੀਡੀਆ ਦੀ ਜਿਹੜੀ ਤਾਕਤ ਹੈ ਉਹਦਾ ਇੱਕ ਰਿਜ਼ਲਟ ਹੈਗਾ। ਲੜਾਈ ਦੋ ਤਰੀਕੇ ਨਾਲ ਲੜੀ ਜਾਂਦੀ ਹੈ, ਇੱਕ ਤੇ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹ ਨਾਲ ਆਪਣੀ ਗੱਲ ਅੱਗੇ ਰੱਖੀ ਜਾਂਦੀ ਹੈ, ਜਾਂ ਫਿਰ ਤੁਸੀਂ ਦਿਮਾਗੀ ਲੜ ਲਓ ਤੇ ਜਾਂ ਫਿਰ ਤੁਸੀਂ ਫਿਜ਼ੀਕਲੀ ਜਾ ਕੇ ਲੜ ਲਓ। ਸੋ ਫਿਜ਼ੀਕਲੀ ਤਾਂ ਉਹਨੂੰ ਖਤਮ ਕਰ ਗਏ ਨੇ, ਉਹਨਾਂ ਨੇ ਆਪਣਾ ਜ਼ੋਰ ਲਾ ਲਿਆ। ਹੁਣ ਸਾਨੂੰ ਉਮੀਦ ਹੈਗੀ ਕਿ ਸਰਕਾਰ ਕੁਝ ਕਰੂਗੀ ਔਰ ਇਹੀ ਅਪੀਲ ਹੈ ਸਾਡੀ। ਅਸੀਂ ਅਗਰ ਇਹ ਮੁਹਿੰਮ ਚਲਾਈ ਆ ਤੇ ਉਹਦੇ ਵਿੱਚ ਅਸੀਂ ਸਿਰਫ ਇਨਸਾਫ ਦੀ ਮੰਗ ਕਰ ਰਹੇ ਹਾਂ, ਇਹਦੇ ਵਿੱਚ ਕੋਈ ਗਲਤ ਨਹੀਂ ਹੈ। ਜਿਸ ਤਰ੍ਹਾਂ ਤੁਸੀਂ FIR ਦਾ ਜ਼ਿਕਰ ਕੀਤਾ ਰੁਪਿੰਦਰ ਜੀ, ਕਿਹਾ ਜਾ ਰਿਹਾ ਕਿ ਇਸ ਜੋ ਕਤਲ ਹੋਇਆ ਇਸ ਦੇ ਵਿੱਚ ਕਈ ਪੰਜਾਬ ਦੇ ਵੱਡੇ ਚਿਹਰਿਆਂ ਦਾ ਨਾਮ ਵੀ ਸ਼ਾਮਿਲ ਹੈ ਜੋ ਇੰਡਸਟਰੀ ਨਾਲ ਜੁੜੇ ਹੋ ਸਕਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੇ ਖੁਲਾਸੇ ਹੋਣਗੇ। ਜਿਹੜੇ ਹੁਣ ਕੱਲ 5 ਨਾਮ ਹੋਏ ਆ ਉਹਦੇ ਵਿੱਚ 2 ਜਣੇ ਜਿਹੜੇ ਉਹ ਇੰਡਸਟਰੀ ਤੋਂ ਹੀ ਹੈਗੇ ਆ। ਉਹਦਾ ਮਰਡਰ ਹੋਇਆ ਔਰ ਉਹ ਸਾਰਿਆਂ ਦੇ ਸਾਹਮਣੇ ਸ਼ਰੇਆਮ ਗੋਲੀਆਂ ਚਲਾ ਕੇ ਇੱਕ ਗਲਤ ਮੈਸੇਜ ਕਨਵੇ ਹੋਇਆ। ਸ਼ਾਇਦ ਇਹੀ ਕਾਰਨ ਹੈਗਾ ਕਿ ਅੱਜ ਆਰਟਿਸਟ ਕਮਿਊਨਿਟੀ ਇੰਡਸਟਰੀ 'ਚ ਕੋਈ ਵੀ, ਚਾਹੇ ਫਿਲਮ ਇੰਡਸਟਰੀ ਹੈ ਚਾਹੇ ਮਿਊਜ਼ਿਕ ਇੰਡਸਟਰੀ ਹੈ, ਕੋਈ ਵੀ ਅੱਗੇ ਆ ਕੇ ਬੋਲ ਨਹੀਂ ਰਿਹਾ। ਸ਼ਾਇਦ ਉਹ ਡਰਦੇ ਹੈ ਕਿ ਸਾਡੇ ਨਾਲ ਵੀ ਇੱਦਾਂ ਨਾ ਹੋ ਜੇ।
ਤੁਸੀਂ ਜਦੋਂ ਇਹ ਹੈਸ਼ਟੈਗ ਮੁਹਿੰਮ ਦੀ ਸ਼ੁਰੂਆਤ ਕੀਤੀ, ਤੁਹਾਡੇ ਇਸ ਫਿਲਮ ਇੰਡਸਟਰੀ ਜਾਂ 뮤직 ਇੰਡਸਟਰੀ ਦੇ ਕਈ ਸਿਤਾਰਿਆਂ ਨਾਲ ਗੱਲਬਾਤ ਵੀ ਹੋਈ ਹੋਣੀ ਹੈ। ਜੀ ਬੜੀ ਅਫਸੋਸ ਦੀ ਗੱਲ ਹੈ ਕਿ ਮੈਨੂੰ ਸਿਰਫ ਗੁਲਾਬ ਸਿੱਧੂ ਦਾ ਮੈਸੇਜ ਆਇਆ, ਹੋਰ ਕਿਸੇ ਦਾ ਮੈਸੇਜ ਨਹੀਂ ਆਇਆ ਕਿ ਅਸੀਂ ਸਾਡੇ ਵਿੱਚ ਇੰਨੀ ਇਮੋਸ਼ਨਲੈਸ ਅਸੀਂ ਹੋ ਗਏ ਹਾਂ, ਅਸੀਂ ਹਾਰਟਲੈਸ ਹੋ ਗਏ ਹਾਂ ਕਿ ਅਸੀਂ ਇੱਕ ਫੋਨ ਕਾਲ ਜਾਂ ਇੱਕ ਮੈਸੇਜ ਕਰਨ ਦੇ ਵਿੱਚ ਅਸੀਂ ਬੜਾ ਸਾਨੂੰ ਤੰਗੀ ਮਹਿਸੂਸ ਹੁੰਦੀ ਹੈ। ਠੀਕ ਹੈ, ਫਿਰ ਤਿਆਰ ਰਹੀਏ, ਅਗਰ ਅੱਜ ਨਹੀਂ ਤੁਸੀਂ ਖੜ ਸਕਦੇ ਨਾਲ ਤੇ ਫਿਰ ਜਦੋਂ ਤੁਹਾਡੇ ਨਾਲ ਐਵੇਂ ਹੋਊਗਾ ਤੁਹਾਡੇ ਨਾਲ ਵੀ ਕੋਈ ਨਹੀਂ ਖੜੂਗਾ। ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਪਾਸ ਦੇ ਵਿੱਚ ਚੱਲੋ, ਪਰਮੀਸ਼ ਵਰਮਾ ਨੂੰ ਹਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਈਆਂ ਦੀ ਗੱਲ ਬਾਹਰ ਆ ਗਈ, ਕਈਆਂ ਦੀ ਪਤਾ ਨਹੀਂ ਲੱਗੀ। ਸੋ ਕਿਤੇ ਨਾ ਕਿਤੇ ਹਰੈਸਮੈਂਟ ਹਰ ਇੱਕ ਤੋਂ ਫਰੌਤੀ ਦੀ ਮੰਗ ਹੁੰਦੀ ਆ ਰਹੀ ਹੈ। ਈਵਨ ਬਹੁਤ ਸਾਰੇ ਨਾਮ ਨੇ, ਮੈਂ ਨਾਮ ਲੈਣਾ ਨਹੀਂ ਚਾਹੁੰਦੀ। ਪਤਾ ਨਹੀਂ ਕਦੀ ਇਸ ਤਰ੍ਹਾਂ ਫਿਰੋਤੀ ਨੂੰ ਲੈ ਕੇ ਕੋਈ ਕਾਲ ਮੈਸੇਜ? ਦੇਖੋ ਮੇਰੀ ਉੱਠਣੀ ਬਹਿਣੀ ਨਹੀਂ ਹੈਗੀ। ਅਸਲ 'ਚ ਟਾਰਗੇਟ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਬ੍ਰਾਂਡਡ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਬੜਾ ਪੈਸਾ ਹੈ ਬਈ, ਇਹ ਤਾਂ ਜਿੰਨਾ ਹੋ ਸਕਦਾ ਕਢਾ ਲਓ। ਸੋ ਸ਼ੋਅ ਆਫ ਜਿਹੜੀ ਚੀਜ਼ ਹੈਗੀ ਆ ਕਿਤੇ ਨਾ ਕਿਤੇ ਉਹ ਵੀ ਮਰਵਾਉਂਦੀ ਆ। ਬਹੁਤੇ ਫਿਲਮ ਪ੍ਰੋਡਿਊਸਰਸ ਇਹੋ ਜਿਹੇ ਨੇ ਜਿਹੜੇ ਉਦੋਂ ਤੱਕ ਇੰਡੀਆ ਨਹੀਂ ਵੜਦੇ ਜਦੋਂ ਤੱਕ ਉਹਨਾਂ ਨੂੰ ਉਹ ਫਰੌਤੀਆਂ ਦਿੰਦੇ ਨਹੀਂ। ਹੋਰ ਇਸ ਇੰਡਸਟਰੀ ਦਾ ਕੋੜਾ ਸੱਚ? ਬਿਲਕੁਲ ਕੌੜਾ ਸੱਚ ਹੈ ਇਹ। ਹੁਣ ਉਹਦੀ ਈਵਨ ਉਹਨੇ ਵੀ ਨਹੀਂ ਇਸ ਚੀਜ਼ ਦੇ ਉੱਤੇ ਕਦੇ ਖੁੱਲ੍ਹ ਕੇ ਉਹ ਬੋਲਿਆ ਸਿੱਧੂ। ਅਗਰ ਸ਼ਾਇਦ ਉਹ ਜਿੰਨਾ ਉਹ ਬੇਬਾਕੀ ਨਾਲ ਬੋਲਦਾ ਸੀਗਾ, ਉਹ ਅਗਰ ਇਸ ਗੱਲ ਤੇ ਬੋਲਦਾ ਤੇ ਸ਼ਾਇਦ ਕਿਤੇ ਨਾ ਕਿਤੇ ਇਸ ਤੋਂ ਪਹਿਲਾਂ ਹੀ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀਗਾ। ਜੀ ਤੁਹਾਡੀ ਉਸ ਪੋਸਟ ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਤੇ ਬਾਕੀ ਗਾਇਕਾਂ ਨੂੰ, ਅਦਾਕਾਰਾਂ ਨੂੰ ਸਵਾਲ ਵੀ ਕਰ ਰਹੇ ਨੇ ਕਿ ਤੁਹਾਡੇ ਕੋਲ ਬਾਉਂਸਰਸ ਵੀ ਨੇ, ਸਿਕਿਉਰਿਟੀ ਵੀ ਮਿਲੀ ਹੋਈ ਹੈ। ਜੇ ਰੁਪਿੰਦਰ ਬੇਬਾਕੀ ਦੇ ਨਾਲ ਉਸ ਸ਼ਖਸੀਅਤ ਦੇ ਹੱਕ ਦੇ ਵਿੱਚ ਉਸ ਨੂੰ ਇਨਸਾਫ ਦਿਵਾਉਣ ਲਈ ਬੋਲ ਸਕਦੇ ਤਾਂ ਬਾਕੀ ਕਿਉਂ ਨਹੀਂ ਬੋਲ ਰਹੇ? ਉਹਦੇ ਲਈ ਹਿੰਮਤ ਚਾਹੀਦੀ ਹੈ ਔਰ ਸ਼ਾਇਦ ਇਸ ਚੀਜ਼ ਦੀ ਕਮੀ ਹੈਗੀ ਹੈ। ਅਸੀਂ ਗਾਣਿਆਂ ਦੇ ਵਿੱਚ ਅਸੀਂ ਰਫਲਾਂ ਚੱਕ ਕੇ ਬੜੇ ਟੌਰ ਨਾਲ ਤੁਰਦੇ ਹਾਂ, ਹੈ ਨਾ। ਅਸਲ ਜ਼ਿੰਦਗੀ ਦੇ ਵਿੱਚ ਰੀਅਲ ਐਂਡ ਰੀਲ ਦੇ ਵਿੱਚ ਬਹੁਤ ਫਰਕ ਹੈ। ਸੋ ਸਾਰੇ ਰੀਲ ਵਾਲੇ ਨੇ ਮੈਨੂੰ ਲੱਗਦਾ। ਨਹੀਂ ਤਾਂ ਜਦੋਂ ਕਿਸੇ ਮਾਂ-ਬਾਪ ਦਾ ਕੱਲਾ ਪੁੱਤ ਤੁਰ ਜਾਂਦਾ, ਘਰ ਸੁੰਨਾ ਹੋ ਜਾਂਦਾ, ਉਸ ਤੋਂ ਬਾਅਦ ਬੰਦਾ ਮੰਜੇ ਤੋਂ ਨਹੀਂ ਉੱਠਦਾ। ਪਰ ਅੱਜ ਇਹ ਲੋਕਾਂ ਦੀ ਤਾਕਤ ਹੈ ਜਿਹੜੇ ਉਹਨੂੰ ਸਿੱਧੂ ਨੂੰ ਪਿਆਰ ਕਰਦੇ ਨੇ। ਇਹ ਉਹਨਾਂ ਦੀ ਤਾਕਤ ਹੈ, ਇਹ ਉਹਨਾਂ ਦੇ ਕਰਕੇ ਅੱਜ ਤੁਰੇ ਫਿਰਦੇ ਨੇ। ਔਰ ਅੱਜ ਇੰਨੀ ਹਿੰਮਤ ਉਹਨਾਂ 'ਚ ਆ ਗਈ ਕਿ ਅੱਜ ਰੋਡਸ ਤੇ ਆ ਕੇ ਵੀ ਉਹਦੇ ਇਨਸਾਫ ਦੀ ਮੰਗ ਲਈ ਤਿਆਰ ਸੀਗੇ ਕਿ ਅਸੀਂ ਉਹਦੀ ਲੜਾਈ ਲੜਾਂਗੇ। ਜੀ ਮਹੀਨਾ ਕੁ ਪਹਿਲਾਂ ਨਾ ਇੱਥੇ ਮੋਹਾਲੀ ਦੇ ਵਿੱਚ ਪੰਜਾਬੀ ਅਦਾਕਾਰਾਂ ਦਾ ਇਕੱਠ ਹੁੰਦਾ ਹੈ ਸਿੱਧੂ ਮੂਸੇਵਾਲਾ ਦੇ ਸੰਦਰਭ ਦੇ ਵਿੱਚ ਹੀ। ਕਹਿੰਦੇ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਗੁਰਪ੍ਰੀਤ ਭੰਗੂ ਮੈਮ ਹੋ ਗਏ, ਜਿੰਨੇ ਵੀ ਇੰਡਸਟਰੀ ਦੇ ਵਿੱਚ ਲੇਡੀਜ਼ ਨੇ, ਉਹਨਾਂ ਨੇ ਇਕੱਠ ਕੀਤਾ ਸੀ ਤੇ ਉਹਨਾਂ ਨੇ ਸਾਰਿਆਂ ਨੇ ਇੱਕੋ ਗੱਲ ਰੱਖੀ ਸੀ, ਪਰ ਉਹ ਗੱਲਾਂ ਹੀ ਰਹਿ ਗਈਆਂ ਸਿਰਫ। ਹੁਣ ਇਨਸਾਫ ਕਿੱਥੇ ਗਿਆ? ਮੈਂ ਸਮਝਦੀ ਹਾਂ ਕੁੜੀਆਂ ਜ਼ਰੂਰਤ ਰੱਖਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ। ਕੁੜੀਆਂ 'ਚ ਇੰਨੀ ਗਟਸ ਹੈਗੇ ਨੇ ਕਿ ਉਹ ਕੁੜੀਆਂ ਬੋਲ ਰਹੀਆਂ ਨੇ। ਉਸ ਤੋਂ ਬਾਅਦ ਮੈਨੂੰ ਖੁਸ਼ੀ ਹੋਈ ਜੈਨੀ ਵੀ ਉੱਥੇ ਪਹੁੰਚੀ। ਕੁੜੀਆਂ ਅਗਰ ਗਟਸ ਦਿਖਾ ਰਹੀਆਂ ਨੇ, ਹਿੰਮਤ ਦਿਖਾ ਰਹੀਆਂ ਨੇ, ਮੁੰਡਿਆਂ ਨੂੰ ਕੀ ਹੋ ਗਿਆ? ਇਕੱਲੀ ਫਿਲਮਾਂ ਤੱਕ ਨਾ ਸੀਮਤ ਰਹੋ ਵੀ ਆਓ ਬਾਹਰ ਆਓ, ਨਿਕਲੋ। ਇੱਥੇ ਗੱਲਾਂ ਨਾਲ ਨਹੀਂ, ਅਸੀਂ ਗੱਲਾਂ ਨਾਲ ਨਹੀਂ ਸਾਰਨ ਵਾਲੇ ਹੈਗੇ, ਅਸੀਂ ਨਾਲ ਖੜੇ ਹਾਂ, ਤੁਸੀਂ ਵੀ ਖੜੋ। ਤੁਹਾਡੀ ਆਖਰੀ ਮੁਲਾਕਾਤ ਸਿੱਧੂ ਮੂਸੇਵਾਲਾ ਨਾਲ ਕਦੋਂ ਹੋਈ ਸੀ? ਮੌਤ ਦੀ ਖਬਰ ਬਾਰੇ ਪਤਾ ਲੱਗੇ ਯਕੀਨ ਹੋਇਆ ਸੀ ਵੀ? ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੈਂ 8 ਦਿਨ ਆਪਣੇ ਰੂਮ ਤੋਂ ਬਾਹਰ ਨਹੀਂ ਨਿਕਲੀ। 8 ਦੇ 8 ਦਿਨ ਉੱਥੇ ਹੀ ਪਈ ਰਹੀ, ਹੈ ਨਾ। ਮੈਂ ਛੱਤ ਵੱਲ ਦੇਖੀ ਜਾਣਾ। ਮੈਂ ਕੈਨੇਡਾ ਸੀਗੀ, ਮੈਂ 2 ਗਾਣੇ ਵੀ ਸ਼ੂਟ ਕੀਤੇ। ਗਾਣੇ ਤਿਆਰ ਪਏ ਆ ਪਰ ਰਿਲੀਜ਼ ਕਰਨ ਨੂੰ ਮਨ ਨਹੀਂ ਕਰ ਰਿਹਾ ਕਿ ਮਤਲਬ ਅੰਦਰੋਂ ਆਵਾਜ਼ ਜੀ ਨਹੀਂ ਆ ਰਹੀ ਹੈ। ਸਿੱਧੂ ਦਾ ਇੱਕ ਕਹਿਣਾ ਸੀਗਾ ਕਿ ਬੋਲ ਕੇ ਨਾ ਜਵਾਬ ਦਿਓ, ਗਾਣਿਆਂ ਰਾਹੀਂ ਜਵਾਬ ਦਿਓ। 295 ਦੇ ਵਿੱਚ ਜੋ ਗੱਲਾਂ ਕਹੀਆਂ, SYL ਦੇ ਵਿੱਚ ਕਹੀਆਂ, ਜਿਹੜੀ ਉਹਦੀ ਗਾਇਕੀ ਦੀ ਗੱਲ ਸੀ ਉਹ ਵੱਖਰੀ ਸੀਗੀ। ਉਹ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ, ਉਹ ਤਾਂ ਅਮਰ ਹੋ ਗਿਆ। ਜਿਸ ਤਰ੍ਹਾਂ ਨਾ ਸਿੱਧੂ ਮੂਸੇਵਾਲਾ ਨਾਲ ਕਈ ਸਾਰੇ ਵਿਵਾਦ ਵੀ ਜੁੜਦੇ ਰਹੇ ਨੇ, ਜਿਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਸੀ ਉਹ ਬਹੁਤ ਅੜਬ ਸੁਭਾਅ ਦੇ ਨੇ, ਅੜੀਅਲ ਸੁਭਾਅ ਦੇ ਨੇ। ਕਿ ਅਸਲ ਦੇ ਵਿੱਚ ਵੀ ਉਹ ਇਸ ਤਰ੍ਹਾਂ ਦੇ ਸੀ? ਦੇਖੋ, ਇੰਡਸਟਰੀ ਦੇ ਵਿੱਚ ਨਾ 2 ਮੂੰਹ ਵਾਲੇ ਲੋਕ ਬਹੁਤ ਨੇ। ਅਸਲੀ ਚਿਹਰਾ, ਇਹਦੇ ਉੱਤੇ ਇੱਕ ਹੋਰ ਚਿਹਰਾ। ਉਹ ਜਿੱਦਾਂ ਦਾ ਸੀਗਾ ਉਦਾਂ ਦਾ ਹੀ ਸੀਗਾ। ਕਿ ਅਗਰ ਤੁਹਾਨੂੰ ਕੋਈ ਆਰਟਿਸਟ ਕਹਿੰਦਾ ਹੈ ਆਫ ਦ ਕੈਮਰਾ ਜਾਂ ਤੁਹਾਨੂੰ ਮਨਾ ਕਰ ਦਿੰਦਾ ਕਿ ਸਿੱਧੂ ਬਾਰੇ ਕੋਈ ਸਵਾਲ ਨਾ ਕਰਿਓ ਜਾਂ ਉਹਦੇ ਜਸਟਿਸ ਦੀ ਲੜਾਈ ਦੇ ਬਾਰੇ ਕੋਈ ਗੱਲ ਨਾ ਕਰਿਓ, ਤਾਂ ਜ਼ਰੂਰ ਕਰੋ ਔਰ ਉਹਨੂੰ ਦਿਖਾਓ ਵੀ। ਹਾਲ ਹੀ ਦੇ ਵਿੱਚ ਸਲੀਮ ਮਰਚੈਂਟ ਦੇ ਵੱਲੋਂ ਐਲਾਨ ਕਰਤਾ ਵੀ ਉਹਨਾਂ ਦਾ ਗੀਤ ਐਲਾਨ ਕੀਤਾ ਜਾਣਾ। ਕਿਉਂ ਹਜੇ ਵੀ ਉਹ ਸ਼ਖਸੀਅਤ ਨੂੰ ਲੈ ਕੇ ਫੇਮਸ ਹੋਣ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ? ਹਰ ਇੱਕ ਬੰਦਾ ਸਿੱਧੂ ਨਾਲ ਗਾਣਾ ਕਰਨਾ ਚਾਹੁੰਦਾ ਸੀਗਾ,
ਉਹ ਹਾਲੀਵੁੱਡ ਤੱਕ ਉਹਦੀ ਮਾਰ ਸੀਗੀ ਹੈ ਨਾ। ਹਰ ਇੱਕ ਬੰਦਾ ਉਹਨੂੰ ਚਾਹੁੰਦਾ ਸੀ ਅਸੀਂ ਉਹਨੂੰ ਰਿਕਾਰਡ ਕਰੀਏ, ਉਹਦੇ ਨਾਲ ਕੋਲੈਬੋਰੇਸ਼ਨ ਕਰੀਏ ਕਿ ਇਹ ਗਾਣਾ ਹਾਲੀਵੁੱਡ ਜਾਂ ਫਿਰ ਕਿਸੇ ਹਿੰਦੀ ਮੂਵੀ ਦੇ ਵਿੱਚ ਗਾਣਾ ਪਾਇਆ ਜਾਊਗਾ। ਪਰ ਉਹ ਗਾਣੇ ਨੂੰ ਪ੍ਰਾਈਵੇਟ ਰਿਲੀਜ਼ ਕਰ ਰਹੇ ਨੇ, ਗਾਣਾ ਸੇਲ ਕਰਤਾ ਸ਼ਾਇਦ ਅੱਗੇ ਕਿਸੇ ਨੂੰ। ਸੋ ਉਹਨਾਂ ਨੂੰ ਤਕਲੀਫ ਇਸ ਗੱਲ ਤੋਂ ਹੋਈ ਕਿ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ, ਸਿੱਧੂ ਦੇ ਚੈਨਲ ਤੇ ਰਿਲੀਜ਼ ਕਰਨਾ ਚਾਹੀਦਾ। ਬਾਕੀ ਮੈਨੂੰ ਲੱਗਦਾ ਨਹੀਂ ਕਿ ਗਾਣਾ ਰਿਲੀਜ਼ ਹੋਊਗਾ। ਕੀ ਲੱਗਦਾ ਹੈ ਵੀ ਜਿੱਥੇ ਇੰਡਸਟਰੀ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਲੀਡਰਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਹੈ, ਤਾਂ ਹੀ ਅਸੀਂ ਉਸ ਮਾਤਾ ਪਿਤਾ ਨੂੰ ਇਨਸਾਫ ਦਿਵਾ ਸਕਾਂਗੇ। ਮੌਜੂਦਾ ਸਰਕਾਰ ਹੈ, ਅਸੀਂ ਉਹਦੇ ਤੋਂ ਜਸਟਿਸ ਦੀ ਉਮੀਦ ਕਰਦੇ ਹਾਂ, ਕਿਉਂਕਿ ਹਮੇਸ਼ਾ ਉਹ ਕਹਿੰਦੇ ਆ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ। ਦਿੱਲੀ ਪੁਲਿਸ ਦੇ ਹਵਾਲੇ ਕਰਨ ਦੇ ਨਾਲੋਂ ਇਹ ਪੰਜਾਬ ਪੁਲਿਸ ਦੇ ਕੋਲ ਇਹ ਕੇਸ ਰਹਿਣਾ ਚਾਹੀਦਾ। ਉਹਦੀ ਇਨਕੁਆਇਰੀ ਜਿਹੜੀ ਹੈਗੀ ਉਹ ਪੰਜਾਬ ਪੁਲਿਸ ਹੀ ਕਰੇ। ਲੱਗਦਾ ਸਾਡੇ ਸਿਸਟਮ ਦੀ ਤਰਾਸਦੀ ਬਣ ਗਈ ਹੈ ਕਿ ਸੰਘਰਸ਼ ਕੀਤੇ ਬਿਨਾ ਇੱਕ ਇਨਸਾਨ ਨੂੰ ਇਨਸਾਫ ਵੀ ਨਹੀਂ ਮਿਲ ਰਿਹਾ। ਭਾਰਤ ਦੇਸ਼ ਹੈ ਮੇਰਾ, ਇੱਥੇ ਮੈਨੂੰ ਦੱਸ ਦਿਓ ਵੀ ਇੱਥੇ ਇੱਕ ਰੇਪ ਹੋਇਆ ਦਿੱਲੀ ਦੇ ਵਿੱਚ, ਨਿਰਭਇਆ ਕਾਂਡ, ਠੀਕ ਹੈ ਜੀ, ਕਿੰਨੇ ਸਾਲ ਬਾਅਦ ਉਹਦਾ ਇਨਸਾਫ ਹੋਇਆ? ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਲ ਕਰ ਲੈਂਦਾ ਹੈ ਤਾਂ ਉਸ ਕਾਮਯਾਬੀ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਜਾਂ ਉਸ ਕਾਮਯਾਬੀ ਦੇ ਵਿੱਚ ਦਾ ਲਾਭ ਲੈਣ ਦੇ ਲਈ ਬਹੁਤ ਸਾਰੇ ਲੋਕ ਉਸ ਇਨਸਾਨ ਦੇ ਨਾਲ ਜੁੜ ਜਾਂਦੇ ਨੇ। ਪਰ ਜਿਹੜੇ ਇਨਸਾਨ ਉਸ ਸਮੇਂ ਉਸ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਇਨਸਾਨਾਂ ਦੀ ਪਰਖ ਉਸ ਸਮੇਂ ਹੁੰਦੀ ਹੈ ਜਦੋਂ ਉਸੇ ਇਨਸਾਨ ਦੇ ਉੱਤੇ ਦੁੱਖ ਦੀ ਘੜੀ ਆਉਂਦੀ ਹੈ। ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ, ਇਸ ਫਾਨੀ ਸੰਸਾਰ ਦੇ ਵਿੱਚੋਂ ਰੁਖਸਤ ਕਰ ਚੁੱਕੇ ਨੇ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ, ਪਰ ਅਜੇ ਤੱਕ ਕਿਸ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ, ਉਹ ਦੋਸ਼ੀ ਸਾਹਮਣੇ ਨਹੀਂ ਆ ਸਕੇ। ਜਿੱਥੇ ਪੰਜਾਬੀ ਇੰਡਸਟਰੀ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ, ਸਰਕਾਰਾਂ ਦੇ ਉੱਤੇ ਹੋਏ ਨੇ, ਤਾਂ ਹਾਲ ਹੀ ਦੇ ਵਿੱਚ ਕੈਂਡਲ ਮਾਰਚ ਵੀ ਕੱਢਿਆ ਗਿਆ। ਅਜਿਹੇ ਦੇ ਵਿੱਚ ਪੰਜਾਬ ਦੀ ਉਹ ਧੀ ਜਿਹੜੀ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਬੇਬਾਕੀ ਦੇ ਨਾਲ ਆਪਣੀ ਗੱਲ ਰੱਖ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ, ਮੁਹਿੰਮ ਵੀ ਚਲਾਈ ਗਈ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਰੁਪਿੰਦਰ ਹਾਂਡਾ ਜੀ ਜੁੜੇ ਨੇ। ਮੈਮ ਸਵਾਗਤ ਹੈ। ਥੈਂਕ ਯੂ ਜੀ। ਮੈਮ ਕੱਲ ਕੈਂਡਲ ਮਾਰਚ ਕਰਕੇ ਆਏ ਹੋ, ਬਹੁਤ ਲੋਕ ਉਸ ਕੈਂਡਲ ਮਾਰਚ ਦਾ ਹਿੱਸਾ ਬਣੇ, ਇਨਸਾਫ ਦੀ ਮੰਗ ਕਰ ਰਹੇ। ਪਰ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਕਿਤੇ ਨਾ ਕਿਤੇ ਇਸ ਕੈਂਡਲ ਮਾਰਚ ਤੋਂ ਪਿੱਛੇ ਹਟਦੀ ਹੋਈ ਵਿਖਾਈ ਦਿੱਤੀ, ਕਿਉਂ? ਦੇਖੋ, ਕੁਝ ਜਣਿਆਂ ਦੇ ਰੁਝੇਵੇਂ ਸੀ ਆਪਣੇ, ਕੋਈ ਬਾਹਰ ਗਏ ਹੋਏ ਆ, ਕਾਫੀ ਸਾਰੇ ਆਰਟਿਸਟ, ਸ਼ੋਜ਼ ਵਗੈਰਾ ਚੱਲ ਰਹੇ ਕਿਉਂਕਿ ਸੀਜ਼ਨ ਹੈ ਓਵਰਸੀਜ਼ ਦਾ। ਪਰ ਜਿਹੜੇ ਇੱਥੇ ਸੀਗੇ, ਪੰਜਾਬ ਦੇ ਵਿੱਚ ਸੀਗੇ, ਇੰਡੀਆ ਦੇ ਵਿੱਚ ਸੀਗੇ, ਉਹ ਵੀ ਨਹੀਂ ਪਹੁੰਚੇ। ਉੱਥੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿ ਕਿਉਂ? ਜਾਂ ਤਾਂ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਹੈ ਜਾਂ ਉਹ ਬੋਲਣਾ ਨਹੀਂ ਚਾਹੁੰਦੇ ਕਿ ਠੀਕ ਹੈ ਅਸੀਂ ਇੱਕ ਅੱਧੀ ਪੋਸਟ ਪਾਤੀ, ਉਸ ਤੋਂ ਬਾਅਦ ਸਾਨੂੰ ਕੀ ਲੋੜ ਹੈ। ਸਹੀ ਮਾਇਨੇ ਦੇ ਵਿੱਚ, ਸੱਚਾਈ ਦੇ ਵਿੱਚ, ਔਰ ਕਿਹੜੇ ਕਿਹੜੇ ਨਹੀਂ ਹੈਗੇ ਜਾਂ ਸਿਰਫ ਗੱਲਾਂ ਜੋਗੇ ਨੇ, ਤਾਂ ਉਹ ਹੁਣ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵੀ ਕਿੰਨੇ ਕੁ ਪਹੁੰਚੇ ਨੇ। ਪਰ ਇਹ ਹਾਲੇ ਸ਼ੁਰੂਆਤ ਹੈ, ਇਸ ਤੋਂ ਬਾਅਦ ਹਾਲੇ ਹੋਰ ਬਹੁਤ ਸਾਰੇ ਅਗਰ ਰਿਜ਼ਲਟ ਨਹੀਂ ਮਿਲਦਾ ਸੋ ਅਸੀਂ ਅੱਗੇ ਵੀ ਕਾਰਵਾਈ ਜਿਹੜੀ ਵੀ ਹੈਗੀ ਆ ਅੰਕਲ ਹੁਣ ਦੀ ਗਾਈਡੈਂਸ ਦੇ ਵਿੱਚ ਜੋ ਵੀ ਅੱਗੇ ਕਾਲ ਮਿਲੇਗੀ ਅਸੀਂ ਉਹਨਾਂ ਦੇ ਨਾਲ ਖੜੇ ਆ। ਔਰ ਉਮੀਦ ਕਰਦੀ ਹਾਂ ਕਿ ਅਗਰ ਇਸ ਵਾਰ ਨਹੀਂ ਪਹੁੰਚ ਸਕੇ ਇੰਡਸਟਰੀ 'ਚ, ਕੋਈ ਵੀ ਇਸ ਵਾਰੀ ਨਹੀਂ ਪਹੁੰਚਿਆ, ਉਹ ਅਗਲੀ ਵਾਰ ਜ਼ਰੂਰ ਪਹੁੰਚਣਗੇ, ਉਮੀਦ ਹੀ ਕਰ ਸਕਦੇ ਅਸੀਂ। ਰੁਪਿੰਦਰ ਜੀ, ਤੁਸੀਂ ਪਹੁੰਚਣ ਦੀ ਗੱਲ ਕਰ ਰਹੇ ਹੋ, ਪਰ ਇਹ ਲੋਕਾਂ ਦੇ ਵੱਲੋਂ ਜਾਂ ਬਹੁਤ ਸਾਰੀ ਸ਼ਖਸੀਅਤਾਂ ਦੇ ਵੱਲੋਂ ਪੋਸਟ ਤੱਕ ਨਹੀਂ ਸ਼ੇਅਰ ਕੀਤੀ ਗਈ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਅਗਰ ਤੁਸੀਂ ਆ ਨਹੀਂ ਸਕਦੇ, ਇੱਥੇ ਨਹੀਂ ਪਹੁੰਚ ਸਕਦੇ, ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਕੈਂਡਲ ਮਾਰਚ ਕਰ ਸਕਦੇ ਹੋ, ਇਕੱਠ ਕਰ ਸਕਦੇ ਹੋ, ਇੱਕ ਕਾਲ ਦੇ ਸਕਦੇ ਹੋ। ਔਰ ਦੇਖੋ, ਇੱਕ ਆਰਟਿਸਟ, ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਹੈ, ਸਾਨੂੰ ਪੋਲੀਟੀਕਲ ਅਦਾਰਿਆਂ ਤੋਂ ਪਹਿਲਾਂ ਸਾਨੂੰ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ ਇੰਡਸਟਰੀ, ਉਹਦੀ ਲੋੜ ਹੈ ਇਕੱਠੇ ਹੋਣ ਦੀ। ਔਰ ਅਗਰ ਇਹੀ ਨਹੀਂ ਇਕੱਠੇ ਹੁੰਦੇ ਤਾਂ ਫਿਰ ਅਸੀਂ ਉਮੀਦ ਕਿਹਦੇ ਤੋਂ ਕਰ ਸਕਦੇ ਹਾਂ? ਸਭ ਦੇਖੋ, ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਰਿਓ। ਆਰਟਿਸਟ ਦੀ ਗੱਲਬਾਤ ਸੁਣੀ ਜਾਂਦੀ ਆ, ਉਹਨਾਂ ਦੀਆਂ ਫਿਲਮਾਂ ਬਣਦੀਆਂ, ਲੋਕ ਥੀਏਟਰਸ ਦੇ ਵਿੱਚ ਜਾਂਦੇ ਨੇ, ਉਸ ਵੇਲੇ ਅਸੀਂ ਪ੍ਰਮੋਸ਼ਨ ਕਰਦੇ ਹਾਂ ਨਾ, ਉਸ ਵੇਲੇ ਅਸੀਂ ਸਾਰਿਆਂ ਨੂੰ ਜਾ ਕਾਲਜਾਂ 'ਚ ਜਾ ਕੇ ਵੀ ਅਸੀਂ ਪ੍ਰਮੋਸ਼ਨਸ ਕਰਦੇ ਹਾਂ, ਅਸੀਂ ਉਹਦੇ ਲਈ ਟਾਈਮ ਕੱਢਦੇ ਹਾਂ ਅਤੇ ਆਪਣੇ ਬੰਦਿਆਂ ਲਈ ਵੀ ਟਾਈਮ ਕੱਢਣਾ ਜ਼ਰੂਰੀ ਆ। ਸਿਰਫ ਆਪਾਂ ਇਹ ਗੱਲ ਕਹਿ ਕੇ ਨਹੀਂ ਪੱਲਾ ਝਾੜ ਸਕਦੇ, ਐਵੇਂ ਬੋਲਦੀ ਫਿਰਦੀ ਹੈ ਨਾ, ਇਹ ਗੱਲ ਕਹਿ ਕੇ ਪੱਲਾ ਨਹੀਂ ਝਾੜ ਸਕਦੇ। ਮੈਂ ਤੇ ਆਪਣੇ ਆਪ ਨੂੰ ਇਹ ਕਹਿੰਦੀ ਹਾਂ ਕਿ ਸਾਡਾ ਫਰਜ਼ ਬਣਦਾ ਹੈ ਨਾ, ਮੈਂ ਤਾਂ ਸਿਰਫ ਇਹੀ ਕਹਿ ਸਕਦੀ ਹਾਂ, ਸਾਡਾ ਫਰਜ਼ ਬਣਦਾ।
ਹੁਣ ਪਤਾ ਲੱਗੂਗਾ ਕਿ ਕਿਹੜੇ ਫਰਜ਼ ਦੇ ਨਾਲ ਖੜਦੇ ਆ, ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਆ। ਬਹੁਤ ਲੋਕ ਗੱਲਾਂ ਕਰ ਗਏ, ਬੜੇ ਇੰਟਰਵਿਊਜ਼ ਕਰ ਗਏ, ਬੜਾ ਉਹਦਾ ਨਾਂ ਲੈ ਕੇ ਬੋਲ ਗਏ, ਇਹ ਹੈ ਉਹ ਹੈ, ਹੁਣ ਪਤਾ ਲੱਗੂਗਾ। ਬਿਲਕੁਲ ਮੈਮ, ਤੁਸੀਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੱਕ ਪਾਸੇ ਲਿਖਿਆ ਹੋਇਆ ਸੀ ਟ੍ਰਿਬਿਊਟ Song ਤੇ ਦੂਜੇ ਪਾਸੇ ਜਸਟਿਸ ਨੂੰ ਲੈ ਕੇ ਸਿਰਫ ਇੱਕ ਹੀ ਜੋ ਕਾਰਟੂਨ ਟਾਈਪ ਬਣਾਇਆ ਹੋਇਆ ਸੀ ਪੋਸਟਰ। ਲੱਗਦਾ ਹੈ ਵੀ ਅੱਜ ਉਹ ਚੀਜ਼ ਸੱਚ ਹੋ ਰਹੀ ਹੈ? ਨਹੀਂ, ਮੈਂ ਤੁਹਾਨੂੰ ਪੁੱਛੂੰਗੀ, ਤੁਸੀਂ ਦੱਸੋ। ਬਿਲਕੁਲ, ਜਿਸ ਤਰ੍ਹਾਂ ਜੇ ਆਪਾਂ ਇੰਡਸਟਰੀ ਦੀ ਗੱਲ ਕਰੀਏ, ਕੋਈ ਵੀ ਬਹੁਤ ਘੱਟ ਸ਼ਖਸੀਅਤਾਂ ਪਹੁੰਚੀ ਹੈ, ਉਸ ਨੂੰ ਲੈ ਕੇ ਤਾਂ ਸਵਾਲ ਖੜਾ ਹੋ ਹੀ ਚੁੱਕਿਆ ਕਿ ਆਖਿਰਕਾਰ ਜਸਟਿਸ ਨੂੰ ਲੈ ਕੇ ਕਿਉਂ ਨਹੀਂ ਅੱਗੇ ਆ ਰਹੇ। ਦੇਖੋ, ਉਹ ਪੋਸਟਰ ਆਪਣੇ ਆਪ ਦੇ ਵਿੱਚ ਸਾਰੀ ਕਹਾਣੀ ਬਿਆਨ ਕਰ ਰਿਹਾ ਸੀਗਾ। ਉਹ ਇੱਕ ਕਟਾਕਸ਼ ਸੀਗਾ ਕਿ ਹੁੰਦਾ ਐਕਚੁਅਲ ਇਹੀ ਹੈ। ਟ੍ਰਿਬਿਊਟ ਨੂੰ ਤਾਂ ਸਾਰੇ ਤੁਰੇ ਆਉਂਦੇ ਨੇ ਕਿਉਂਕਿ ਪਤਾ ਵੀ YouTube ਚੈਨਲ ਤੇ ਪਊਗਾ, ਵਿਊਜ਼ ਹੋਣਗੇ, ਪਪੂਲੈਰਿਟੀ ਹੋਊਗੀ। ਅੱਜ ਸਿੱਧੂ ਮੂਸੇਵਾਲਾ ਹੈਸ਼ਟੈਗ ਬਹੁਤ ਫੇਮਸ ਹੈਗਾ, ਉਹਨੂੰ ਯੂਜ਼ ਕਰ ਲਿਆ ਜਾਏ। ਪਰ ਜਦੋਂ ਗੱਲ ਆਉਂਦੀ ਹੈ ਜਸਟਿਸ ਦੀ ਕਿ ਸਾਡੇ ਭਰਾ ਨੂੰ ਮਾਰਿਆ, ਸਾਡਾ ਭਰਾ ਆਓ ਬਈ ਉਸ ਭਰਾ ਦੇ ਲਈ ਖੜੇ ਵੀ ਹੋ। ਫਿਰ ਉੱਥੇ ਉਹ ਹੈਸ਼ਟੈਗ ਕੱਲਾ ਸਿੱਧੂ ਮੂਸੇਵਾਲਾ ਨਹੀਂ, ਫਿਰ ਜਸਟਿਸ ਫॉर ਸਿੱਧੂ ਮੂਸੇਵਾਲਾ ਵੀ, ਉਹਦੇ ਲਈ ਵੀ ਤੁਸੀਂ ਆਵਾਜ਼ ਚੱਕੋ ਤੇ ਉਸ ਹੈਸ਼ਟੈਗ ਨੂੰ ਯੂਜ਼ ਵੀ ਕਰੋ। ਬਿਲਕੁਲ ਮੈਮ, ਅਜਿਹੀ ਕਿਹੜੀ ਚੀਜ਼ ਨੇ ਰੁਪਿੰਦਰ ਹਾਂਡਾ ਨੂੰ ਦਿਲੋਂ ਝੰਜੋੜ ਕੇ ਰੱਖ ਦਿੱਤਾ? ਉਹਨੇ ਹਰ ਚੀਜ਼ ਨੂੰ, ਅਗਰ ਉਹਨੇ ਵੈਪਨ ਤੇ ਗਾਇਆ ਤਾਂ ਉਹਨੇ ਬੇਬਾਕੀ ਨਾਲ ਉਸ ਚੀਜ਼ ਨੂੰ ਐਕਸੈਪਟ ਵੀ ਕੀਤਾ ਕਿ ਇਹ ਮੇਰੀ ਪਰਸਨੈਲਿਟੀ ਆ, ਇਹ ਮੈਨੂੰ ਇਹ ਚੀਜ਼ ਪਸੰਦ ਹੈ ਔਰ ਮੈਂ ਕਰੂੰਗਾ। ਠੀਕ ਹੈ, ਉਹਨੇ ਇਹ ਵੀ ਅਲਰਟ ਕੀਤਾ ਕਿ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੋ, ਇਹ ਤੁਹਾਡੇ ਹੱਥ ਵਿੱਚ ਹੈਗਾ। ਹਰ ਇੱਕ ਬੰਦੇ ਨੂੰ ਆਪਣੇ ਬਾਰੇ ਪਤਾ ਹੁੰਦਾ ਕਿ ਕੀ ਚੀਜ਼ ਸਹੀ ਹੈ, ਕੀ ਗਲਤ ਹੈ। ਗਾਣੇ ਹਰ ਤਰ੍ਹਾਂ ਦੇ ਗਾਏ ਆ। ਜਿਹੜਾ ਲਾਸਟ ਗਾਣਾ ਸੀ ਲਾਸਟ ਰਾਈਡ, ਲਾਸਟ ਨਹੀਂ ਮੈਂ ਕਹੂੰਗੀ, ਲਾਸਟ ਰਾਈਡ ਜਿਹੜਾ ਉਹਦਾ ਗਾਣਾ ਸੀਗਾ, ਉਹ ਗਾਣੇ ਨੇ ਉਹਨੂੰ ਹੋਰ ਜ਼ਿਆਦਾ ਕਨੈਕਟ ਕਰ ਦਿੱਤਾ। ਜਦੋਂ ਉਸ ਗਾਣੇ ਨੂੰ ਸੁਣਿਆ, ਪਹਿਲਾਂ ਤਾਂ ਐਂ ਲੱਗਦਾ ਸੀ ਕਿ ਇਹ ਕੀ ਗਾ ਰਿਹਾ ਹੈ ਨਾ, ਇਹ ਆਪਣੇ ਜਨਾਜ਼ੇ ਦੀ ਗੱਲ ਕਰ ਰਿਹਾ। ਮੈਂ ਇਨੀਸ਼ੀਏਟਿਵ ਲਿਆ, ਅਸੀਂ ਹੈਸ਼ਟੈਗ ਮੁਹਿੰਮ ਚਲਾਈ ਆ ਤੇ ਉਹਦੇ ਨਾਲ ਲੋਕ ਜੁੜੇ ਆ ਔਰ ਉਸ ਚੀਜ਼ ਦਾ ਨਤੀਜਾ ਹੈਗਾ ਕਿ ਅੱਜ 5 ਲੋਕਾਂ ਦੇ ਹੋਰ ਨਾਮ FIR ਹੈ ਨਾ ਹੋਈ ਆ। ਸੋ ਹੌਲੀ ਹੌਲੀ ਰਿਜ਼ਲਟ ਮਿਲਦਾ ਹੈ। ਆਪਾਂ ਕਹਿ ਦਿੰਦੇ ਆ ਵੀ ਇੱਥੇ ਨਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ, ਹੈਸ਼ਟੈਗ ਨਾਲ ਕੀ ਹੋ ਜਾਣਾ, ਵਾਪਸ ਆ ਜਾਣਾ। ਹੈਸ਼ਟੈਗ ਵਿੱਚ ਇੰਨੀ ਪਾਵਰ ਹੈ, ਅੱਜ ਦੀ ਸਰਕਾਰ ਹੈਸ਼ਟੈਗ ਤੇ ਚੱਲ ਰਹੀ ਹੈ। ਸੋ ਹੈਸ਼ਟੈਗ ਦੇ ਵਿੱਚ ਸੋਸ਼ਲ ਮੀਡੀਆ 'ਚ ਬਹੁਤ ਵੱਡੀ ਪਾਵਰ ਹੈ। ਕਿਸਾਨ ਅੰਦੋਲਨ ਉਸ ਸੋਸ਼ਲ ਮੀਡੀਆ ਦੀ ਜਿਹੜੀ ਤਾਕਤ ਹੈ ਉਹਦਾ ਇੱਕ ਰਿਜ਼ਲਟ ਹੈਗਾ। ਪੂਰੀ ਦੁਨੀਆ ਦੇ ਵਿੱਚ ਕਿਸਾਨ ਅੰਦੋਲਨ ਨੂੰ ਇੱਕ ਪਹਿਚਾਣ ਮਿਲੀ ਕਿ ਹੋ ਰਿਹਾ। ਇੰਡੀਆ ਤੇ ਨਿਗਾਹ ਸੀਗੀ ਉਸ ਵੇਲੇ। ਸੋ ਜਿਹੜੀ ਲੜਾਈ 2 ਤਰੀਕੇ ਨਾਲ ਲੜੀ ਜਾਂਦੀ ਹੈ। ਇੱਕ ਤੇ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹ ਨਾਲ ਆਪਣੀ ਗੱਲ ਅੱਗੇ ਰੱਖੀ ਜਾਂਦੀ ਹੈ, ਜਾਂ ਫਿਰ ਤੁਸੀਂ ਦਿਮਾਗੀ ਲੜ ਲਓ ਤੇ ਜਾਂ ਫਿਰ ਤੁਸੀਂ ਫਿਜ਼ੀਕਲੀ ਜਾ ਕੇ ਲੜ ਲਓ। ਸੋ ਫਿਜ਼ੀਕਲੀ ਤਾਂ ਉਹਨੂੰ ਖ਼ਤਮ ਕਰ ਗਏ ਨੇ, ਉਹਨਾਂ ਨੇ ਆਪਣਾ ਜ਼ੋਰ ਲਾ ਲਿਆ। ਹੁਣ ਸਾਨੂੰ ਉਮੀਦ ਹੈਗੀ ਕਿ ਸਰਕਾਰ ਕੁਝ ਕਰੂਗੀ ਔਰ ਇਹੀ ਅਪੀਲ ਹੈ ਸਾਡੀ। ਅਸੀਂ ਅਗਰ ਇਹ ਮੁਹਿੰਮ ਚਲਾਈ ਆ ਤੇ ਉਹਦੇ ਵਿੱਚ ਅਸੀਂ ਸਿਰਫ ਇਨਸਾਫ ਦੀ ਮੰਗ ਕਰ ਰਹੇ ਹਾਂ, ਇਹਦੇ ਵਿੱਚ ਕੋਈ ਗਲਤ ਨਹੀਂ ਹੈ। ਬਿਲਕੁਲ, ਜਿਸ ਤਰ੍ਹਾਂ ਤੁਸੀਂ FIR ਦਾ ਜ਼ਿਕਰ ਕੀਤਾ ਰੁਪਿੰਦਰ ਜੀ, ਕਿਹਾ ਜਾ ਰਿਹਾ ਕਿ ਇਸ ਜੋ ਕਤਲ ਹੋਇਆ ਇਸ ਦੇ ਵਿੱਚ ਕਈ ਪੰਜਾਬ ਦੇ ਵੱਡੇ ਚਿਹਰਿਆਂ ਦਾ ਨਾਮ ਵੀ ਸ਼ਾਮਿਲ ਹੈ ਜੋ ਇੰਡਸਟਰੀ ਨਾਲ ਜੁੜੇ ਹੋ ਸਕਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੇ ਖੁਲਾਸੇ ਹੋਣਗੇ ਕਿਉਂਕਿ ਉਹਨਾਂ ਦੇ ਪਿਤਾ ਦੇ ਵੱਲੋਂ ਵੀ ਵਾਰ-ਵਾਰ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਜੀ, ਜਿਹੜੇ ਹੁਣ ਕੱਲ 5 ਨਾਮ ਹੋਏ ਆ ਉਹਦੇ ਵਿੱਚ 2 ਜਣੇ ਜਿਹੜੇ ਉਹ ਇੰਡਸਟਰੀ ਤੋਂ ਹੀ ਹੈਗੇ ਆ। ਜਦੋਂ ਸਿੱਧੂ ਦੀ ਇਨੀਸ਼ੀਅਲ ਸਟੇਜ ਸੀਗੀ, ਜਦੋਂ ਉਹਨੇ ਸ਼ੁਰੂਆਤ ਕੀਤੀ ਸੀ ਐਜ਼ ਅ ਸਿੰਗਰ, ਤੇ ਉਹ ਲੋਕ ਉਹਦੇ ਜੁੜੇ ਹੋਏ ਸੀਗੇ। ਇਹ ਗੱਲ ਮੈਨੂੰ ਉਹਦੇ ਪੇਰੈਂਟਸ ਤੋਂ ਹੀ ਪਤਾ ਲੱਗੀ, ਅੰਕਲ ਆਂਟੀ ਤੋਂ ਪਤਾ ਲੱਗੀ ਕਿ ਇਹ ਲੋਕ ਸ਼ੁਰੂਆਤੀ ਟਾਈਮ ਦੇ ਵਿੱਚ ਉਹਦੇ ਨਾਲ ਸੀਗੇ ਔਰ ਕੰਪਨੀ ਦੇ ਵਿੱਚ ਇੱਕ ਅੱਧਾ ਗਾਣਾ ਵੀ ਉਹਨਾਂ ਦਾ ਰਿਕਾਰਡ ਹੋਇਆ ਸੀਗਾ। ਔਰ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰੈਸ ਕੀਤਾ, ਬਹੁਤ ਸਾਰੇ ਝੂਠੇ ਕੇਸ ਉਹਦੇ 'ਤੇ ਪਾਏ। ਝੂਠੇ ਜਿਵੇਂ ਗਾਣਾ ਉਹਨੇ ਗਾਇਆ ਵੀ, ਇਹ ਅੰਕਲ ਦੇ ਦੱਸਣ ਦੀ ਗੱਲ ਹੈ ਕਿ ਗਾਣਾ ਉਹਨੇ ਗਾਇਆ ਵੀ ਨਹੀਂ ਸੀਗਾ। ਉਹ ਗਾਣੇ ਦੇ ਬੋਲ ਉਹਨੇ ਕਿਤੇ ਨਾ ਲਿਖੇ ਸੀ ਨਾ ਗਾਏ ਸੀਗੇ ਔਰ ਉਹਦਾ ਨਾਮ ਉਸ ਗਾਣੇ ਦੇ ਨਾਲ ਜੋੜ ਕੇ ਤੇ ਝੂਠਾ ਕੇਸ ਪਾਇਆ। ਸੋ ਬਾਅਦ 'ਚ ਉਹ ਚੀਜ਼ ਕਲੀਅਰ ਹੋ ਗਈ ਸੀ ਵੈਸੇ, ਪਰ ਇਸ ਤਰ੍ਹਾਂ ਦੀ ਹਰੈਸਮੈਂਟ ਇੱਕ ਨਹੀਂ, ਉਹਦੇ ਨਾਲ ਹਜ਼ਾਰਾਂ ਹੋਈਆਂ ਨੇ। ਔਰ ਉਹਦਾ ਧੰਨ ਜਿਗਰਾ ਸੀਗਾ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਪੋਲੀਟੀਕਲੀ ਵੀ ਉਹਨੂੰ ਬਹੁਤ ਹਰ ਪੱਖੋਂ ਉਹਨੂੰ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇੱਕ ਆਰਟਿਸਟ ਹੁੰਦਾ, ਉਹਦਾ ਕੰਮ ਗਾਉਣਾ ਹੈਗਾ, ਉਹਦੇ ਨਾਲ ਨਾਲ ਉਹਨੂੰ ਹੋਰ ਬੜੀਆਂ ਗੁੰਝੜਾਂ ਦੇ ਵਿੱਚ ਉਲਝਾਈ ਰੱਖਿਆ ਜਿੰਨਾ ਟਾਈਮ ਉਹ ਜ਼ਿੰਦਾ ਸੀਗਾ। ਉਹਨੂੰ ਬਹੁਤ ਪ੍ਰੈਸ਼ਰ 'ਚ ਜੀ ਰਿਹਾ ਸੀਗਾ। ਉਹ ਇੱਕ ਆਮ ਇਨਸਾਨ ਲਈ ਉਹਦੇ ਵੱਸ ਦੀ ਗੱਲ ਨਹੀਂ ਹੁੰਦੀ ਜਿੰਨਾ ਉਹਨੇ ਸਿਆ ਜਾਂ ਦੇਖ ਕੇ ਗਿਆ ਉਹ। ਔਰ ਅਖੀਰ ਦੇ ਵਿੱਚ ਜੋ ਹੋਇਆ, ਬੜਾ ਬਰੂਟਲੀ ਉਹਦਾ ਮਰਡਰ ਹੋਇਆ ਔਰ ਉਹ ਸਾਰਿਆਂ ਦੇ ਸਾਹਮਣੇ ਸ਼ਰੇਆਮ ਗੋਲੀਆਂ ਚਲਾ ਕੇ ਇੱਕ ਗਲਤ ਮੈਸੇਜ ਕਨਵੇ ਹੋਇਆ। ਸ਼ਾਇਦ ਇਹੀ ਕਾਰਨ ਹੈਗਾ ਕਿ ਅੱਜ ਆਰਟਿਸਟ ਕਮਿਊਨਿਟੀ ਇੰਡਸਟਰੀ 'ਚੋਂ ਕੋਈ ਵੀ, ਚਾਹੇ ਫਿਲਮ ਇੰਡਸਟਰੀ ਹੈ ਚਾਹੇ ਮਿਊਜ਼ਿਕ ਇੰਡਸਟਰੀ ਹੈ, ਕੋਈ ਵੀ ਅੱਗੇ ਆ ਕੇ ਬੋਲ ਨਹੀਂ ਰਿਹਾ। ਸ਼ਾਇਦ ਉਹ ਡਰਦੇ ਹੈ ਕਿ ਸਾਡੇ ਨਾਲ ਵੀ ਇੱਦਾਂ ਨਾ ਹੋ ਜਾਏ, ਪਰ ਮੈਨੂੰ ਲੱਗਦਾ ਕਿ ਹੁਣ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ
ਆਮ ਲੋਕ ਬਹੁਤ ਨਾਲ ਹੈਗੇ ਆ। ਅੱਜ ਇਸ ਚੀਜ਼ਾਂ ਦਾ ਪਰਦਾ ਉੱਠ ਗਿਆ ਕਿ ਅੰਦਰ ਅੰਦਰ ਇੰਡਸਟਰੀ ਦੇ ਵਿੱਚ ਕੀ ਚੱਲ ਰਿਹਾ ਸੀਗਾ। ਰੁਪਿੰਦਰ ਜੀ, ਤੁਸੀਂ ਜਦੋਂ ਇਹ ਹੈਸ਼ਟੈਗ ਮੁਹਿੰਮ ਦੀ ਸ਼ੁਰੂਆਤ ਕੀਤੀ, ਤੁਹਾਡੇ ਇਸ ਫਿਲਮ ਇੰਡਸਟਰੀ ਜਾਂ 뮤직 ਇੰਡਸਟਰੀ ਦੇ ਕਈ ਸਿਤਾਰਿਆਂ ਨਾਲ ਗੱਲਬਾਤ ਵੀ ਹੋਈ ਹੋਣੀ ਹੈ। ਜੀ ਬੜੀ ਅਫਸੋਸ ਦੀ ਗੱਲ ਹੈ ਕਿ ਮੈਨੂੰ ਸਿਰਫ ਗੁਲਾਬ ਸਿੱਧੂ ਦਾ ਮੈਸੇਜ ਆਇਆ, ਹੋਰ ਕਿਸੇ ਦਾ ਮੈਸੇਜ ਨਹੀਂ ਆਇਆ। ਬੜੇ ਹੀ ਅਫਸੋਸ ਦੀ ਗੱਲ ਹੈ। ਮੈਂ ਐਕਸਪੈਕਟ ਕਰ ਰਹੀ ਸੀ, ਸਾਰੇ ਮੈਨੂੰ ਜਾਣਦੇ ਆ, ਸਾਰਿਆਂ ਦੇ ਨਾਲ ਮੈਂ ਰਾਬਤੇ ਦੇ ਵਿੱਚ ਹੈਗੀ ਹਾਂ, ਸਭ ਦੇ ਨਾਲ ਕੰਟੈਕਟ ਦੇ ਵਿੱਚ ਹੈਗੀ ਹਾਂ, ਪਰ ਕਿਸੇ ਵੀ ਇੱਕ ਬੰਦੇ ਨੇ ਇਹ ਨਹੀਂ ਕਿਹਾ ਕਿ ਰੁਪਿੰਦਰ ਠੀਕ ਹੈ, ਤੁਸੀਂ ਸ਼ੁਰੂ ਕਰ ਲਿਆ, ਤੁਸੀਂ ਉਹਨਾਂ ਦੇ ਨਾਲ ਖੜੋ ਜਾ ਕੇ, ਅਸੀਂ ਬਾਹਰ ਹੈਗੇ ਹਾਂ, ਅਸੀਂ ਆਉਂਦੇ ਹਾਂ, ਆਵਾਂਗੇ ਤੇ ਅਸੀਂ ਤੁਹਾਡੇ ਨਾਲ ਖੜਾਂਗੇ। ਕਿ ਅਸੀਂ ਸਾਡੇ ਵਿੱਚ ਇੰਨੀ ਇਮੋਸ਼ਨਲੈਸ ਅਸੀਂ ਹੋ ਗਏ ਹਾਂ, ਅਸੀਂ ਹਾਰਟਲੈਸ ਹੋ ਗਏ ਹਾਂ ਕਿ ਅਸੀਂ ਇੱਕ ਫੋਨ ਕਾਲ ਜਾਂ ਇੱਕ ਮੈਸੇਜ ਕਰਨ ਦੇ ਵਿੱਚ ਅਸੀਂ ਬੜਾ ਸਾਨੂੰ ਤੰਗੀ ਮਹਿਸੂਸ ਹੁੰਦੀ ਹੈ। ਤੁਸੀਂ ਉੱਤੋਂ ਹੀ ਕਹਿ ਦਿਓ, ਤੁਸੀਂ ਉੱਪਰੋਂ ਹੀ ਕਹਿ ਦਿਓ ਕਿ ਹਾਂ ਅਸੀਂ ਨਾਲ ਆ। ਉਸ ਤੋਂ ਬਾਅਦ ਸਿਰਫ ਇੱਕ ਪੋਸਟ ਪਾ ਕੇ ਕੈਂਡਲ ਮਾਰਚ ਦੀ ਔਰ ਤੁਹਾਡਾ ਕੰਮ ਫਿਨਿਸ਼, ਐ ਨਹੀਂ ਹੁੰਦਾ। ਤਾਂ ਸਾਨੂੰ ਠੀਕ ਹੈ, ਫਿਰ ਤਿਆਰ ਰਹੀਏ। ਅਗਰ ਅੱਜ ਨਹੀਂ ਤੁਸੀਂ ਖੜ ਸਕਦੇ ਨਾਲ, ਤੇ ਫਿਰ ਜਦੋਂ ਤੁਹਾਡੇ ਨਾਲ ਐਵੇਂ ਹੋਊਗਾ, ਤੁਹਾਡੇ ਨਾਲ ਵੀ ਕੋਈ ਨਹੀਂ ਖੜੂਗਾ। ਕਿਉਂਕਿ ਇਹ ਤਾਂ ਐਸੀ ਚੀਜ਼ ਹੈਗੀ ਆ, ਇੱਕ ਤੋਂ ਬਾਅਦ ਇੱਕ ਹਰ ਇੱਕ ਆਰਟਿਸਟ ਇਸ ਚੀਜ਼ ਦੇ ਵਿੱਚ ਇੰਡਲਜ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ। ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਪਾਸ ਦੇ ਵਿੱਚ ਚੱਲੋ, ਪਰਮੀਸ਼ ਵਰਮਾ ਨੂੰ ਹਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਇਲਾਵਾ ਹੋਰ ਬੜੇ ਨਾਮ ਨੇ ਜਿਨ੍ਹਾਂ ਦਾ ਕਈਆਂ ਦੀ ਗੱਲ ਬਾਹਰ ਆ ਗਈ, ਕਈਆਂ ਦੀ ਪਤਾ ਨਹੀਂ ਲੱਗੀ। ਸੋ ਕਿਤੇ ਨਾ ਕਿਤੇ ਹਰੈਸਮੈਂਟ ਹਰ ਇੱਕ ਬੰਦੇ, ਹਰ ਇੱਕ ਤੋਂ ਫਰੋਤੀ ਦੀ ਮੰਗ ਹੁੰਦੀ ਆ ਰਹੀ ਹੈ। ਈਵਨ ਬਹੁਤ ਸਾਰੇ ਨਾਮ ਨੇ, ਮੈਂ ਨਾਮ ਲੈਣਾ ਨਹੀਂ ਚਾਹੁੰਦੀ। ਈਵਨ ਚਲੋ ਛੱਡੋ ਇਸ ਚੀਜ਼ ਨੂੰ। ਤਾਂ ਨਹੀਂ ਕਦੀ ਇਸ ਤਰ੍ਹਾਂ ਫਿਰੋਤੀ ਨੂੰ ਲੈ ਕੇ ਕੋਈ ਕਾਲ ਮੈਸੇਜ? ਦੇਖੋ ਮੇਰੀ ਉੱਠਣੀ ਬਹਿਣੀ ਨਹੀਂ ਹੈਗੀ, ਮੈਂ ਕਿਸੇ ਨਾਲ ਮੈਂ ਇਸ ਤਰ੍ਹਾਂ ਉੱਠਦੀ ਬਹਿੰਦੀ ਨਹੀਂ ਕਿ ਇਸ ਲੈਵਲ 'ਤੇ ਗੱਲ ਹੋਵੇ ਨਾ। ਮੈਂ ਬਾਹਲਾ ਜ਼ਿਆਦਾ ਸ਼ੋਸ਼ਾ ਕਰਦੀ। ਅਸਲ 'ਚ ਟਾਰਗੇਟ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਬ੍ਰਾਂਡਡ ਆਪਣੇ ਆਪ ਨੂੰ ਸ਼ੋਅ ਕਰਦੇ ਨੇ, ਅਤੇ ਉਹਨਾਂ ਨੂੰ ਲੱਗਦਾ ਵੀ ਬਾਹਲਾ ਪੈਸਾ ਹੈ ਬਈ, ਇਹ ਤਾਂ ਜਿੰਨਾ ਹੋ ਸਕਦਾ ਕਢਾ ਲਓ। ਸੋ ਸ਼ੋਅ ਆਫ ਜਿਹੜੀ ਚੀਜ਼ ਹੈਗੀ ਆ, ਕਿਤੇ ਨਾ ਕਿਤੇ ਉਹ ਵੀ ਮਰਵਾਉਂਦੀ ਆ। ਇਹ ਚੀਜ਼ਾਂ ਜਿਹੜਾ ਫੋਕਰਾ ਪੰਥੀ ਦੇ ਵਿੱਚ ਥੋੜ੍ਹਾ ਜਾਣ ਲੱਗ ਗਿਆ ਸੀ ਪਿਛਲੇ 5-7 ਸਾਲਾਂ ਤੋਂ। ਸੋ ਉਹ ਚੀਜ਼ ਨੇ ਵੀ ਇੱਕ ਅਟਰੈਕਸ਼ਨ ਕਿਤੇ ਨਾ ਕਿਤੇ ਅਟਰੈਕਸ਼ਨ ਬਣ ਜਾਂਦੀ ਹੈ ਉਹ ਚੀਜ਼। ਉਹਨਾਂ ਨੂੰ ਲੱਗਦਾ ਕਿ ਇਹਨਾਂ ਕੋਲ ਤਾਂ ਬਹੁਤ ਪੈਸਾ ਹੈ ਅਤੇ ਇਹਨਾਂ ਲਈ ਬਹੁਤ ਆਸਾਨ ਹੈ 20-30 ਲੱਖ ਰੁਪਏ ਕੱਢਣਾ ਜਾਂ 40 ਲੱਖ ਕੱਢਣਾ। ਔਰ ਬਹੁਤੇ ਦੇ ਕੇ ਵੀ ਵਿਹਲੇ ਹੋਏ ਨੇ। ਬਹੁਤੇ ਫਿਲਮ ਪ੍ਰੋਡਿਊਸਰਸ ਇਹੋ ਜਿਹੇ ਨੇ ਜਿਹੜੇ ਉਦੋਂ ਤੱਕ ਇੰਡੀਆ ਨਹੀਂ ਵੜਦੇ ਜਦੋਂ ਤੱਕ ਉਹਨਾਂ ਨੂੰ ਉਹ ਫਰੋਤੀਆਂ ਦਿੰਦੇ ਨਹੀਂ ਹੈ। ਬਹੁਤ ਸਾਰੇ ਐਸੇ ਨਾਮ ਹੈਗੇ ਆ, ਪਰ ਨਾਮ ਮੈਂ ਲੈ ਨਹੀਂ ਸਕਦੀ। ਪਰ ਹੋਰ ਇਸ ਇੰਡਸਟਰੀ ਦਾ ਕੌੜਾ ਸੱਚ, ਬਿਲਕੁਲ ਕੌੜਾ ਸੱਚ ਹੈ ਇਹ। ਹੁਣ ਉਹਦੀ ਈਵਨ ਉਹਨੇ ਵੀ ਨਹੀਂ ਇਸ ਚੀਜ਼ ਦੇ ਉੱਤੇ ਕਦੇ ਖੁੱਲ੍ਹ ਕੇ ਉਹ ਬੋਲਿਆ ਸਿੱਧੂ। ਅਗਰ ਸ਼ਾਇਦ ਉਹ ਜਿੰਨਾ ਉਹ ਬੇਬਾਕੀ ਨਾਲ ਬੋਲਦਾ ਸੀਗਾ, ਉਹ ਅਗਰ ਇਸ ਗੱਲ 'ਤੇ ਬੋਲਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਇਸ ਤੋਂ ਪਹਿਲਾਂ ਹੀ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀਗਾ। ਬਾਕੀ ਹੁਣ ਤਾਂ ਉਹ ਚਲਾ ਗਿਆ। ਹੁਣ ਤਾਂ ਕਹਿਣ ਨੂੰ ਉੱਦਾਂ ਹੀ ਕੁਛ ਨਹੀਂ ਹੈਗਾ। ਸਿਰਫ ਇਹੀ ਚਾਹੁੰਦੇ ਹਾਂ ਕਿ ਸਰਕਾਰ ਇਹਦੇ ਵਿੱਚ ਕੁਛ ਨਾ ਕੁਛ ਵਧੀਆ ਜੋ ਹੈਗਾ ਇੱਕ ਕਾਰਵਾਈ ਕਰੇ, ਔਰ ਕਾਰਵਾਈ ਦੇ ਵਿੱਚ ਜਿਹੜੇ ਮੇਨ ਪਲੈਨਰ ਹੈਗੇ ਨੇ, ਮਾਸਟਰ ਮਾਈਂਡ ਹੈ, ਉਹਨਾਂ ਤੱਕ ਪਹੁੰਚ ਹੋਵੇ, ਉਹਨਾਂ ਨੂੰ ਇੰਡੀਆ ਲਿਆਇਆ ਜਾਵੇ ਔਰ ਉਹਨਾਂ ਤੋਂ ਚੰਗੀ ਤਰ੍ਹਾਂ ਇੰਟਰੋਗੇਸ਼ਨ ਹੋਵੇ। ਰੁਪਿੰਦਰ ਜੀ, ਤੁਹਾਡੀ ਉਸ ਪੋਸਟ 'ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਅਤੇ ਬਾਕੀ ਗਾਇਕਾਂ ਨੂੰ, ਅਦਾਕਾਰਾਂ ਨੂੰ ਸਵਾਲ ਵੀ ਕਰ ਰਹੇ ਨੇ ਕਿ ਤੁਹਾਡੇ ਕੋਲ ਬਾਊਂਸਰਸ ਵੀ ਨੇ, ਸਿਕਿਉਰਿਟੀ ਵੀ ਮਿਲੀ ਹੋਈ ਹੈ। ਜੇ ਰੁਪਿੰਦਰ ਬੇਬਾਕੀ ਦੇ ਨਾਲ ਉਸ ਸ਼ਖਸੀਅਤ ਦੇ ਹੱਕ ਦੇ ਵਿੱਚ ਉਸ ਨੂੰ ਇਨਸਾਫ ਦਿਵਾਉਣ ਲਈ ਬੋਲ ਸਕਦੀ, ਤਾਂ ਬਾਕੀ ਕਿਉਂ ਨਹੀਂ ਬੋਲ ਰਹੇ? ਉਹਦੇ ਲਈ ਥੋੜ੍ਹੀ ਜਿਹੀ ਹਿੰਮਤ ਚਾਹੀਦੀ ਆ। ਉਹਦੇ ਲਈ ਹਿੰਮਤ ਚਾਹੀਦੀ ਹੈ, ਔਰ ਸ਼ਾਇਦ ਇਸ ਚੀਜ਼ ਦੀ ਕਮੀ ਹੈਗੀ ਆ। ਅਸੀਂ ਗਾਣਿਆਂ ਦੇ ਵਿੱਚ ਅਸੀਂ ਰਫਲਾਂ ਚੱਕ ਕੇ ਬੜੇ ਟੌਰ ਨਾਲ ਤੁਰਦੇ ਹਾਂ, ਹੈ ਨਾ। ਅਸਲ ਜ਼ਿੰਦਗੀ ਦੇ ਵਿੱਚ ਰੀਅਲ ਐਂਡ ਰੀਲ ਦੇ ਵਿੱਚ ਬਹੁਤ ਫਰਕ ਹੈ। ਸੋ ਆ ਸਾਰੇ ਰੀਲ ਵਾਲੇ ਨੇ ਮੈਨੂੰ ਲੱਗਦਾ। ਜੇ ਵਾਕਈ ਰੀਅਲ ਵਾਲੇ ਹੈਗੇ ਆ, ਅਤੇ ਅਗਲਾ ਜਦੋਂ ਵੀ ਕਾਲ ਹੋਏਗੀ ਅੰਕਲ ਆਂਟੀ ਦੀ, ਅਤੇ ਉਸ ਵੇਲੇ ਵੇਖਦੇ ਹਾਂ ਕਿਹੜੇ ਪਹੁੰਚਦੇ ਆ। ਉਮੀਦ ਹੈਗੀ ਆ ਜ਼ਰੂਰ ਪਹੁੰਚਣਗੇ। ਜਿੰਨੀਆਂ ਗੱਲਾਂ ਕੱਲ੍ਹ ਸਟੇਜ ਤੋਂ ਆਂਟੀ ਹੋਣਾ ਨੇ ਵੀ ਕਹੀਆਂ ਨੇ, ਉਹਨਾਂ ਦਾ ਜਿਹੜਾ ਰੋਸ ਹੈ, ਸ਼ਾਇਦ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਦੇ ਇਮੋਸ਼ਨ, ਉਹਨਾਂ ਦੇ ਦਿਲ ਦੇ ਵਿੱਚ ਥੋੜ੍ਹਾ ਜਿਹਾ ਫੀਲ ਹੋਵੇ ਕਿ ਉਹਨਾਂ ਦੇ ਰੋਸ ਨੂੰ ਉਹ ਸ਼ਾਇਦ ਥੋੜ੍ਹਾ ਘੱਟ ਕਰ ਸਕਣ, ਔਰ ਅਗਲੀ ਵਾਰ ਉਹ ਜ਼ਰੂਰ ਪਹੁੰਚਣ। ਬਿਲਕੁਲ। ਕੱਲ੍ਹ ਕੈਂਡਲ ਮਾਰਚ 'ਤੇ ਤੁਸੀਂ ਗਏ ਸੀਗੇ, ਸਿੱਧੂ ਮੂਸੇਵਾਲਾ ਜੀ ਦੇ ਪਿਤਾ ਮਾਤਾ ਨਾਲ ਤੁਹਾਡੀ ਕੀ ਗੱਲਬਾਤ ਹੋਈ? ਜੀ ਉਹਨਾਂ ਨੇ ਜਿਹੜੀ ਬਸ ਇੱਕੋ ਗੱਲ ਕਿ ਪੁੱਤ ਇਹ ਜਿਹੜੀ ਮੁਹਿੰਮ ਚਲਾਈ ਹੈ, ਜੋ ਵੀ ਸ਼ੁਰੂਆਤ ਹੋਈ ਹੈ,
ਇੱਕ ਬਹੁਤ ਸੋਹਣੇ ਤਰੀਕੇ ਨਾਲ ਕੱਲ ਦਾ ਮਾਰਚ ਹੋ ਚੁੱਕਿਆ ਔਰ ਬਹੁਤ ਸ਼ਾਂਤੀਪੂਰਵਕ ਬੜੇ ਪੀਸਫੁਲੀ ਜਿਹੜਾ ਮਾਰਚ ਸੀਗਾ ਕੰਪਲੀਟ ਹੋਇਆ। ਔਰ ਜਦੋਂ ਅਸੀਂ ਵਾਪਸ ਆ ਗਏ ਤਾਂ ਉਸ ਵੇਲੇ ਅੰਕਲ ਨੇ ਦੱਸਿਆ ਕਿ ਕੱਲ 5 ਨਾਮ ਹੋਰ ਜਿਹੜੇ ਹੈਗੇ ਆ FIR ਉਹਨਾਂ ਤੇ ਹੋ ਚੁੱਕੀ ਆ ਔਰ ਕਾਰਵਾਈ ਥੋੜੀ ਜਿਹੀ ਸਪੀਡ ਫੜ ਲਿਆ ਕਾਰਵਾਈ ਨੇ। ਉਹਨਾਂ ਦੇ ਸੰਤੁਸ਼ਟੀ ਸੀ, ਉਹਨਾਂ ਦੇ ਮਨ ਦੇ ਵਿੱਚ ਥੋੜੀ ਜਿਹੀ ਸੰਤੁਸ਼ਟੀ ਸੀਗੀ। ਜਦੋਂ ਰੱਖੜੀ ਵੇਲੇ ਮੈਂ ਗਈ ਸੀਗੀ ਉਸ ਵੇਲੇ ਉਹ ਬੇਚੈਨ ਸੀਗੇ, ਬਹੁਤ ਜ਼ਿਆਦਾ ਬੇਚੈਨੀ ਸੀ। ਅਤੇ ਹੁਣ ਜਦੋਂ ਅਸੀਂ ਹੁਣ ਹੌਲੀ ਹੌਲੀ ਜਦੋਂ ਲੋਕ ਜੁੜ ਰਹੇ ਨੇ ਹੋਰ ਜ਼ਿਆਦਾ ਕਿ 3 ਮਹੀਨੇ ਹੋ ਗਏ ਨੇ ਪਰ ਲੋਕ ਫਿਰ ਵੀ ਤੁਹਾਡੇ ਨਾਲ ਨੇ, ਜਿੱਥੇ ਤੁਸੀਂ ਕਾਲ ਦਿਓਗੇ ਉੱਥੇ ਪਹੁੰਚਣਗੇ। ਇਹ ਲੋਕਾਂ ਦਾ ਕਹਿਣਾ ਸੀ, ਜਿਹੜੇ ਉੱਥੇ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਸਾਨੂੰ ਕਾਲ ਦਿਓਗੇ ਅਸੀਂ ਉੱਥੇ ਪਹੁੰਚਾਂਗੇ, ਤੁਹਾਡੇ ਨਾਲ ਆ। ਇਹ ਬਹੁਤ ਹੌਸਲੇ ਵਾਲੀ ਗੱਲ ਹੁੰਦੀ ਹੈ ਉਹਨਾਂ ਦਾ। ਉਹ ਦੇਖੋ ਇਹ ਜਿਹੜੇ ਲੋਕ ਨੇ, ਆਮ ਲੋਕ ਹੀ ਉਹਨਾਂ ਦੀ ਤਾਕਤ ਨੇ। ਉਹ ਜਿੰਨਾ ਪਿਆਰ ਸਿੱਧੂ ਜਾਣ ਤੋਂ ਬਾਅਦ ਲੋਕਾਂ ਦਾ ਲੈ ਰਿਹਾ, ਇਹ ਉਹਨਾਂ ਲਈ ਬੜੇ ਫਕਰ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ, ਕਿਉਂਕਿ ਇਹ ਕਿਸੇ ਮਾਂ-ਬਾਪ ਦੇ ਹਿੱਸੇ ਆਉਂਦਾ। ਇੰਨੇ ਮਾਣ ਨਾਲ ਸਿਰ ਉਹਨਾਂ ਦਾ ਉੱਚਾ ਹੁੰਦਾ, ਸਾਡੇ ਪੁੱਤ ਨੇ ਸਾਨੂੰ ਕਿੱਥੇ ਲਿਆ ਕੇ ਖੜਾ ਕਰਤਾ। ਇਹ ਬਹੁਤ ਕੁਛ ਦੇ ਕੇ ਗਿਆ, ਉਹ ਜੇ ਚਲਾ ਗਿਆ ਉਹ ਬਹੁਤ ਕੁਛ ਦੇ ਕੇ ਗਿਆ। ਉਹ ਉਸੇ ਚੀਜ਼ ਦੇ ਸਹਾਰੇ ਅੱਜ ਉਹ ਤੁਰੇ ਫਿਰਦੇ ਨੇ। ਨਹੀਂ ਤਾਂ ਜਦੋਂ ਕਿਸੇ ਮਾਂ-ਬਾਪ ਦਾ ਇਕੱਲਾ ਪੁੱਤ ਤੁਰ ਜਾਂਦਾ, ਘਰ ਸੁੰਨਾ ਹੋ ਜਾਂਦਾ, ਉਸ ਤੋਂ ਬਾਅਦ ਬੰਦਾ ਮੰਜੇ ਤੋਂ ਨਹੀਂ ਉੱਠਦਾ। ਪਰ ਅੱਜ ਇਹ ਲੋਕਾਂ ਦੀ ਤਾਕਤ ਹੈ ਜਿਹੜੇ ਉਹਨੂੰ ਸਿੱਧੂ ਨੂੰ ਪਿਆਰ ਕਰਦੇ ਨੇ, ਇਹ ਉਹਨਾਂ ਦੀ ਤਾਕਤ ਹੈ, ਇਹ ਉਹਨਾਂ ਦੇ ਕਰਕੇ ਅੱਜ ਤੁਰੇ ਫਿਰਦੇ ਨੇ। ਔਰ ਅੱਜ ਇੰਨੀ ਹਿੰਮਤ ਉਹਨਾਂ 'ਚ ਆ ਗਈ ਕਿ ਅੱਜ ਰੋਡਸ 'ਤੇ ਆ ਕੇ ਵੀ ਉਹਦੇ ਇਨਸਾਫ ਦੀ ਮੰਗ ਲਈ ਤਿਆਰ ਸੀਗੇ ਕਿ ਅਸੀਂ ਉਹਦੀ ਲੜਾਈ ਲੜਾਂਗੇ। ਮੈਂ ਬਸ ਇਹੀ ਉਮੀਦ ਕਰਦੀ ਹਾਂ ਕਿ ਸਾਡੀ ਇੰਡਸਟਰੀ ਵੀ ਨਾਲ ਸਾਥ ਦੇਵੇ, ਕਿਉਂਕਿ ਅਗਰ ਕਿਸਾਨ ਅੰਦੋਲਨ ਇੰਡਸਟਰੀ ਦੇ ਸਿਰ 'ਤੇ ਮੈਂ ਉਸ ਵੇਲੇ ਬੜੀ ਤਾਰੀਫ ਕੀਤੀ ਸੀਗੀ, ਸ਼ਾਇਦ ਤੁਹਾਨੂੰ ਚੇਤੇ ਹੋਊਗਾ ਕਿ ਮੈਂ ਵਾਰ-ਵਾਰ ਧੰਨਵਾਦ ਕਰਦੀ ਸੀ। ਸਾਡੀ ਇੰਡਸਟਰੀ 'ਚ ਵਾਕਈ ਪਹਿਲੀ ਵਾਰ ਇੰਨੀ ਏਕਤਾ ਔਰ ਇਹਨਾਂ ਇੱਕ ਮੈਜੋਰਟੀ ਦਿਖਾਈ, ਇਹਨਾਂ ਇਕੱਠੇ ਆ ਕੇ ਸਾਰੇ ਖੜੇ। ਔਰ ਉਸ ਅੰਦੋਲਨ ਨੂੰ ਸਿਰਫ ਕਲਾਕਾਰਾਂ ਨੇ ਔਰ ਆਮ ਲੋਕਾਂ ਨੇ, ਜਨਤਾ ਨੇ ਉਸ ਅੰਦੋਲਨ ਨੂੰ ਇੰਨਾ ਵੱਡਾ ਰੂਪ ਦੇ ਦਿੱਤਾ ਕਿ ਅੱਜ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਗਿਆ ਕਿ ਅੱਜ ਉਹਨਾਂ ਦਾ ਫਰਜ਼ ਨਹੀਂ ਬਣਦਾ ਨਾਲ ਖੜਨ ਦਾ। ਰੁਪਿੰਦਰ ਜੀ, ਮਹੀਨਾ ਕੁ ਪਹਿਲਾਂ ਨਾ ਇੱਥੇ ਮੋਹਾਲੀ ਦੇ ਵਿੱਚ ਪੰਜਾਬੀ ਅਦਾਕਾਰਾਂ ਦਾ ਇਕੱਠ ਹੁੰਦਾ ਹੈ ਸਿੱਧੂ ਮੂਸੇਵਾਲਾ ਦੇ ਸੰਦਰਭ ਦੇ ਵਿੱਚ ਹੀ। ਕਹਿੰਦੇ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਗੁਰਪ੍ਰੀਤ ਭੰਗੂ ਮੈਮ ਹੋ ਗਏ, ਜਿੰਨੇ ਵੀ ਇੰਡਸਟਰੀ ਦੇ ਵਿੱਚ ਲੇਡੀਜ਼ ਨੇ, ਉਹਨਾਂ ਨੇ ਇਕੱਠ ਕੀਤਾ ਸੀ ਅਤੇ ਉਹਨਾਂ ਨੇ ਸਾਰਿਆਂ ਨੇ ਇੱਕੋ ਗੱਲ ਰੱਖੀ ਸੀ, ਪਰ ਉਹ ਗੱਲਾਂ ਹੀ ਰਹਿ ਗਈਆਂ ਸਿਰਫ। ਹੁਣ ਇਨਸਾਫ ਕਿੱਥੇ ਗਿਆ? ਮੈਂ ਸਮਝਦੀ ਹਾਂ ਕੁੜੀਆਂ ਜ਼ਰੂਰਤ ਰੱਖਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ। ਕੁੜੀਆਂ 'ਚ ਇੰਨੀ ਗਟਸ ਹੈਗੇ ਨੇ ਕਿ ਉਹ ਕੁੜੀਆਂ ਬੋਲ ਰਹੀਆਂ ਨੇ, ਹੈ ਨਾ। ਚਲੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਜਿੱਦਾਂ ਸ਼ੁਰੂਆਤ ਕੀਤੀ ਆ ਔਰ ਸਭ ਦਾ ਬਹੁਤ ਅੰਕਲ ਆਂਟੀ ਨੇ ਕਾਲ ਦਿੱਤੀ, ਸਭ ਇਕੱਠੇ ਹੋਏ ਨੇ। ਉਸ ਤੋਂ ਬਾਅਦ ਮੈਨੂੰ ਖੁਸ਼ੀ ਹੋਈ ਜੈਨੀ ਵੀ ਉੱਥੇ ਪਹੁੰਚੀ। ਕੁੜੀਆਂ ਅਗਰ ਗਟਸ ਦਿਖਾ ਰਹੀਆਂ ਨੇ, ਹਿੰਮਤ ਦਿਖਾ ਰਹੀਆਂ ਨੇ, ਮੁੰਡਿਆਂ ਨੂੰ ਕੀ ਹੋ ਗਿਆ? ਇਕੱਲੀ ਫਿਲਮਾਂ ਤੱਕ ਨਾ ਸੀਮਤ ਰਹੋ ਵੀ ਆਓ ਬਾਹਰ ਆਓ, ਨਿਕਲੋ। ਇੱਥੇ ਗੱਲਾਂ ਨਾਲ ਨਹੀਂ, ਅਸੀਂ ਗੱਲਾਂ ਨਾਲ ਨਹੀਂ ਸਾਰਨ ਵਾਲੇ ਹੈਗੇ, ਅਸੀਂ ਨਾਲ ਖੜੇ ਹਾਂ, ਤੁਸੀਂ ਵੀ ਖੜੋ। ਤੁਹਾਡੀ ਆਖਰੀ ਮੁਲਾਕਾਤ ਸਿੱਧੂ ਮੂਸੇਵਾਲਾ ਨਾਲ ਕਦੋਂ ਹੋਈ ਸੀ? ਮੇਰੀ ਮੁਲਾਕਾਤ ਉਹਦੇ ਨਾਲ ਬਹੁਤ ਘੱਟ ਹੋਈ ਆ। ਮੈਨੂੰ ਲੱਗਦਾ ਲਾਸਟ ਅਸੀਂ ਇੱਕੋ ਸਟੇਜ ਸੀਗਾ ਲਾਈਵ, ਉੱਥੇ ਅਸੀਂ ਇਕੱਠੇ ਹੋਏ ਸੀਗੇ, ਵਿਆਹ 'ਤੇ ਇੱਕੋ ਸਟੇਜ 'ਤੇ ਸੀਗੇ। ਉਸ ਤੋਂ ਬਾਅਦ ਜਿਹੜੀ ਲਾਸਟ ਮੁਲਾਕਾਤ ਸੀ ਮਾਰਚ ਵਿੱਚ ਹੋਈ ਸੀਗੀ, ਪਰ ਅਸੀਂ ਇੱਕ ਦੂਸਰੇ ਨੂੰ ਮਿਲ ਨਹੀਂ ਸਕੇ, ਬਸ ਦੂਰੋਂ ਸਤਿ ਸ਼੍ਰੀ ਅਕਾਲ ਹੋਈ। ਉਹ ਸਟੇਜ 'ਤੇ ਸੀ, ਮੈਂ ਨੀਚੇ ਸੀ। ਮਾਰਚ ਮੇਰੇ ਖਿਆਲ 17 ਦੀ ਗੱਲ ਆ, ਮਾਰਚ ਦੇ ਵਿੱਚ। ਔਰ ਉਦੋਂ ਰਿਜ਼ਲਟ ਆ ਚੁੱਕਿਆ ਸੀਗਾ ਇਲੈਕਸ਼ਨਸ ਦਾ। ਉਸ ਤੋਂ ਬਾਅਦ ਮੈਂ ਵੀ ਬਾਹਰ ਚਲ ਗਈ, ਮੇਰੇ ਕੈਨੇਡਾ ਸ਼ੋਅ ਸੀਗੇ ਔਰ ਮੈਂ ਜਦੋਂ ਉੱਥੇ ਸ਼ੋਅਜ਼ ਕਰ ਰਹੀ ਸੀ, ਉਹ ਡਿਊਰਿੰਗ ਦੈਟ ਟਾਈਮ ਸਿੱਧੂ ਦਾ ਕਤਲ ਹੋ ਜਾਂਦਾ ਅਤੇ ਉਹ ਮੇਰੀ ਲਾਸਟ ਸੀਗੀ ਉਹਦੇ ਨਾਲ ਮੁਲਾਕਾਤ। ਫ਼ੋਨ 'ਤੇ ਇੱਕ ਵਾਰ ਗੱਲ ਹੋਈ ਸੀਗੀ, ਉਸ ਤੋਂ ਬਾਅਦ ਬਸ। ਜਦੋਂ ਇਹ ਮੌਤ ਦੀ ਖਬਰ ਬਾਰੇ ਪਤਾ ਲੱਗਿਆ, ਯਕੀਨ ਹੋਇਆ ਸੀ ਵੀ? ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੈਂ 8 ਦਿਨ ਆਪਣੇ ਰੂਮ ਤੋਂ ਬਾਹਰ ਨਹੀਂ ਨਿਕਲੀ। 8 ਦੇ 8 ਦਿਨ ਉੱਥੇ ਹੀ ਪਈ ਰਹੀ, ਹੈ ਨਾ। ਮੈਂ ਛੱਤ ਵੱਲ ਦੇਖੀ ਜਾਣਾ, ਕੁਛ ਵੀ ਕਰਨ ਨੂੰ ਮਨ ਨਹੀਂ ਕਰ ਰਿਹਾ ਸੀਗਾ। ਔਰ ਉਹਦੇ ਜਾਣ ਤੋਂ ਬਾਅਦ ਮੈਨੂੰ ਲੱਗਦਾ ਕਿ ਇੰਨਾ ਸਟ੍ਰੈਸ ਹੋ ਗਿਆ, ਮੈਂ ਕੰਮ ਵੀ ਨਹੀਂ ਕੀਤਾ। ਮੈਂ ਕੈਨੇਡਾ ਸੀਗੀ, ਮੈਂ 2 ਗਾਣੇ ਵੀ ਸ਼ੂਟ ਕੀਤੇ, ਗਾਣੇ ਤਿਆਰ ਪਏ ਆ ਪਰ ਰਿਲੀਜ਼ ਕਰਨ ਨੂੰ ਮਨ ਨਹੀਂ ਕਰ ਰਿਹਾ ਕਿ ਮਤਲਬ ਅੰਦਰੋਂ ਆਵਾਜ਼ ਜੀ ਨਹੀਂ ਆ ਰਹੀ ਹੈ। ਪਰ ਮੈਂ ਦੂਜੇ ਪਾਸੋਂ ਦੇਖਾਂ, ਈਵਨ ਇੰਨਾ ਵੀ ਸਟ੍ਰੈਸ ਦੇ ਵਿੱਚ ਮੇਰਾ ਵੇਟ ਵੀ ਗੇਨ ਹੋਇਆ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਐਨਜ਼ਾਈਟੀ ਹੋ ਗਈ ਉਸ ਚੀਜ਼ ਦੇ ਨਾਲ ਕਿ ਆ ਇੱਕੋ ਦਮ ਹੋ ਕੀ ਗਿਆ, ਅਨਫੋਰਚੂਨੇਟ ਸੀਗਾ। ਪਰ ਮੈਂ ਇੱਕ ਚੀਜ਼ ਕਹਿੰਦੀ ਹਾਂ, ਉਹ ਛੋਟਾ ਸੀਗਾ ਪਰ ਕੁਝ ਗੱਲਾਂ ਦੇ ਵਿੱਚ ਉਹ ਵੱਡਾ ਸੀਗਾ। ਉਹਦੀ ਜਿਹੜੀ ਪੈਸ਼ਨ, ਉਹਦਾ ਗਾਣਿਆਂ ਨੂੰ ਲੈ ਕੇ, ਆਪਣੀ ਗਾਇਕੀ ਨੂੰ ਲੈ ਕੇ, ਆਪਣੇ ਕੰਮ ਨੂੰ ਲੈ ਕੇ ਉਹਦਾ ਪੈਸ਼ਨ ਜਾਂ ਉਹਦੀ ਐਨਰਜੀ
ਮੈਂ ਚਾਹੁੰਦੀ ਹਾਂ ਕਿ ਅਸੀਂ ਉਹਦੇ ਰਾਹ 'ਤੇ ਤੁਰੀਏ, ਉਸ ਚੀਜ਼ ਨੂੰ ਅਸੀਂ, ਹਰ ਇੱਕ ਬੰਦੇ ਦੇ ਵਿੱਚ ਅੱਛੀਆਂ ਚੀਜ਼ਾਂ ਹੁੰਦੀਆਂ ਨੇ, ਉਸ ਅੱਛੀ ਚੀਜ਼ ਨੂੰ ਅਡਾਪਟ ਕਰੀਏ। ਔਰ ਮੈਂ ਇਹੀ ਸੋਚ ਰਹੀ ਸੀ, ਮੈਂ ਜਦੋਂ ਵੀ ਉਹਦੇ ਗਾਣੇ ਸੁਣਦੀ ਹਾਂ ਕਿ ਕਰਨਾ ਹੈ, ਕਰਕੇ ਦਿਖਾਉਣਾ, ਇਹ ਕਰਨਾ ਹੈ ਹੁਣ, ਉਹਦੇ ਵਰਗਾ ਕਿ ਜਿਹੜੀ ਉਹ એનર્ਜੀ ਲੈ ਕੇ ਆਉਣੀ ਆ ਆਪਣੇ ਅੰਦਰ। ਔਰ ਬਸ ਗਾਣਿਆਂ ਵੱਲ ਹੁਣ ਕਰਾਂਗੇ ਧਿਆਨ, ਕਿਉਂਕਿ ਸਿੱਧੂ ਦਾ ਇੱਕ ਕਹਿਣਾ ਸੀਗਾ ਕਿ ਬੋਲ ਕੇ ਨਾ ਜਵਾਬ ਦਿਓ, ਗਾਣਿਆਂ ਰਾਹੀਂ ਜਵਾਬ ਦਿਓ। ਅਤੇ ਜੋ ਚੀਜ਼ ਤੁਹਾਡੇ ਗਾਇਕੀ ਕਰ ਸਕਦੀ, ਗਾਣੇ ਕਰ ਸਕਦੇ ਆ, ਉਹ ਤੁਹਾਡੀ ਇਸ ਤਰ੍ਹਾਂ ਗੱਲਾਂ ਬਾਤਾਂ ਨਹੀਂ ਕਰ ਸਕਦੀਆਂ। ਤੁਸੀਂ ਕਿਸੇ ਨੂੰ ਬੋਲ ਕੇ ਜਵਾਬ ਨਹੀਂ ਦੇ ਸਕਦੇ ਜੋ ਤੁਸੀਂ ਗਾਣਿਆਂ ਰਾਹੀਂ। ਉਹਨੇ ਆਪਣੇ ਗਾਣਿਆਂ ਦੇ ਵਿੱਚ ਦੇਖੋ 295 ਦੇ ਵਿੱਚ ਜੋ ਗੱਲਾਂ ਕਹੀਆਂ, SYL ਦੇ ਵਿੱਚ ਕਹੀਆਂ ਨੇ, ਬਾਕਮਾਲ ਨੇ। ਉਹ ਚੀਜ਼ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ। ਨੇੜੇ ਤੇੜੇ ਹੋਰ ਵੀ ਕਿੰਨੇ ਕਲਾਕਾਰ ਹੈਗੇ ਨੇ ਇੱਥੇ, ਪਰ ਜਿਹੜੀ ਉਹਦੀ ਗਾਇਕੀ ਦੀ ਗੱਲ ਸੀ ਉਹ ਵੱਖਰੀ ਸੀਗੀ। ਉਹ ਤਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ, ਉਹ ਤਾਂ ਅਮਰ ਹੋ ਗਿਆ। ਜਿਸ ਤਰ੍ਹਾਂ ਨਾ ਸਿੱਧੂ ਮੂਸੇਵਾਲਾ ਨਾਲ ਕਈ ਸਾਰੇ ਵਿਵਾਦ ਵੀ ਜੁੜਦੇ ਰਹੇ ਨੇ, ਜਿਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਸੀ ਉਹ ਬਹੁਤ ਅੜਬ ਸੁਭਾਅ ਦੇ ਨੇ, ਅੜੀਅਲ ਸੁਭਾਅ ਦੇ ਨੇ। ਕਿ ਅਸਲ ਦੇ ਵਿੱਚ ਵੀ ਉਹ ਇਸ ਤਰ੍ਹਾਂ ਦੇ ਸੀ? ਦੇਖੋ, ਇੰਡਸਟਰੀ ਦੇ ਵਿੱਚ ਨਾ ਦੋ ਮੂੰਹ ਵਾਲੇ ਲੋਕ ਬਹੁਤ ਨੇ। ਅਸਲੀ ਚਿਹਰਾ, ਇਹਦੇ ਉੱਤੇ ਇੱਕ ਹੋਰ ਚਿਹਰਾ। ਉਹ ਜਿੱਦਾਂ ਦਾ ਸੀਗਾ ਉੱਦਾਂ ਦਾ ਹੀ ਸੀਗਾ। ਅਸਲ ਜ਼ਿੰਦਗੀ ਦੇ ਵਿੱਚ ਉਨੀ ਜ਼ਰੂਰਤ ਰੱਖਦਾ ਸੀ। ਜੇ ਉਹ ਕਹਿਣ ਦੀ ਜ਼ਰੂਰਤ ਰੱਖਦਾ ਸੀਗਾ ਸਾਹਮਣੇ, ਅਤੇ ਉਹ ਇਕੱਲਾ ਕੈਮਰੇ 'ਤੇ ਕਹਿਣ ਦੀ ਜ਼ਰੂਰਤ ਨਹੀਂ ਰੱਖਦਾ ਸੀ, ਜਾਂ ਗਾਣਿਆਂ ਦੇ ਵਿੱਚ ਕਹਿਣ ਦੀ ਸਿਰਫ ਗੱਲ ਨਹੀਂ ਸੀਗੀ। ਉਹਨੂੰ ਜੀ ਰਿਹਾ ਸੀ, ਉਹ ਪ੍ਰੈਕਟੀਕਲੀ ਉਸ ਲਾਈਫ ਨੂੰ ਉਹਨੇ ਜੋ ਉਹ ਐਕਚੁਅਲ ਪਰਸਨਲ ਲਾਈਫ ਦੇ ਵਿੱਚ ਸੀਗਾ, ਉਹਨੇ ਆਪਣੇ ਗਾਣਿਆਂ ਦੇ ਵਿੱਚ ਵੀ ਆਪਣੀ ਪਰਸਨੈਲਿਟੀ ਨੂੰ ਮੂਹਰੇ ਰੱਖਿਆ। ਬਹੁਤ ਘੱਟ ਬੰਦੇ ਨੇ ਇੰਡਸਟਰੀ ਦੇ ਵਿੱਚ ਜੋ ਵਾਕਈ ਹੀ ਬਹੁਤ ਅੱਛੀ ਤਬੀਅਤ ਦੇ ਲੋਕ ਨੇ। ਮੇਰਾ ਫਿਰ ਉਹ ਸਵਾਲ ਉੱਥੇ ਹੀ ਆ ਜਾਂਦਾ ਹੈ ਵੀ ਜਦੋਂ ਲੋਕ ਉਹਨਾਂ ਦੇ ਸਮਾਰਕ 'ਤੇ ਜਾਂਦੇ ਨੇ, ਭਿੱਜੀਆਂ ਹੋਈਆਂ ਅੱਖਾਂ ਨੇ, ਗੁੱਟ 'ਤੇ ਰੱਖੜੀ ਬੰਨ੍ਹਦੇ ਨੇ, ਈਵਨ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਪਹੁੰਚੇ ਨੇ ਉਸ ਥਾਂ ਨੂੰ ਵੇਖਣ ਦੇ ਲਈ, ਪਰ ਸਾਡੀ ਇੰਡਸਟਰੀ ਚੁੱਪ ਕਿਉਂ? ਸਾਡੀ ਇੰਡਸਟਰੀ ਦੇ ਨਾਲ ਤਾਂ ਬਹੁਤ ਸਾਰੇ ਲੋਕ ਉਸ ਸ਼ਖਸੀਅਤ ਨਾਲ ਜੁੜੇ ਹੋਏ ਸਨ, ਕੰਮ ਕੀਤਾ ਹੈ, ਪਰ ਇਹ ਸਭ ਤੋਂ ਬਾਅਦ ਵੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਉਹ ਪਿਆਰ, ਉਹ ਦਇਆ ਉਸ ਇਨਸਾਨ ਲਈ ਕਿਉਂ ਨਹੀਂ ਵੇਖਣ ਨੂੰ ਮਿਲ ਰਹੀ? ਇਨਸਾਫ ਲਈ ਕਿਉਂ ਨਹੀਂ ਅੱਗੇ ਆ ਰਹੇ? ਇਹ ਤਾਂ ਹੁਣ ਦੇਖੋ, ਤੁਸੀਂ ਮੇਰਾ ਅੱਜ ਇੰਟਰਵਿਊ ਕਰਨ ਲਈ ਆਏ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਚਾਰ ਗੱਲਾਂ ਸਾਂਝੀਆਂ ਕਰਾਂ, ਆਪਣੀ ਮੈਮਰੀਜ਼ ਉਹਦੇ ਨਾਲ ਜਿਹੜੀਆਂ ਅਸੀਂ ਸ਼ੇਅਰ ਕਰਾਂ। ਇਹ ਤੁਹਾਡਾ ਵੀ ਮੀਡੀਆ ਦਾ, ਮੈਂ ਇੱਕ ਗੱਲ ਕਹੂੰਗੀ ਕਿ ਤੁਸੀਂ ਇਹ ਸਵਾਲ ਕਰੋ, ਔਰ ਅਗਰ ਤੁਹਾਨੂੰ ਕੋਈ ਸਵਾਲ ਕਰਦਾ ਹੈ ਔਰ ਤੁਹਾਨੂੰ ਬਾਅਦ 'ਚ ਕਹੇ ਕਿ ਕੱਟ ਦਿਓ ਜੀ ਜਾਂ ਇਸ ਬਾਰੇ ਗੱਲ ਹੀ ਨਾ ਕਰੋ, ਜ਼ਰੂਰ ਕਰੋ। ਤੁਸੀਂ ਮੀਡੀਆ ਜੋ ਫਰਜ਼ ਨਿਭਾ ਸਕਦੇ ਹੋ ਤੁਹਾਡੇ ਤੋਂ, ਤੁਸੀਂ ਵੱਡੀ ਤੋਂ ਵੱਡੀ ਚੀਜ਼ ਨੂੰ ਦਬਾ ਵੀ ਸਕਦੇ ਹੋ, ਔਰ ਛੋਟੀ ਤੋਂ ਛੋਟੀ ਚੀਜ਼ ਨੂੰ ਤੁਸੀਂ ਪਹਾੜ ਵੀ ਬਣਾ ਕੇ ਦਿਖਾ ਸਕਦੇ ਹੋ। ਸੋ ਤੁਹਾਡੇ 'ਚ ਬਹੁਤ ਤਾਕਤ ਹੈ, ਮੀਡੀਆ 'ਚ ਬੜੀ ਤਾਕਤ ਹੈ। ਸੋ ਮੈਂ ਤੁਹਾਨੂੰ ਇਹ ਰਿਕੁਐਸਟ ਕਰ ਸਕਦੀ, ਬੇਨਤੀ ਕਰ ਸਕਦੀ ਹਾਂ ਕਿ ਇਸ ਚੀਜ਼ ਦੇ ਵਿੱਚ ਸਾਡਾ ਸਾਥ ਦਿਓ। ਕਿ ਅਗਰ ਤੁਹਾਨੂੰ ਕੋਈ ਆਰਟਿਸਟ ਕਹਿੰਦਾ ਹੈ ਆਫ ਦ ਕੈਮਰਾ, ਜਾਂ ਤੁਹਾਨੂੰ ਮਨਾ ਕਰ ਦਿੰਦਾ ਕਿ ਸਿੱਧੂ ਬਾਰੇ ਕੋਈ ਸਵਾਲ ਨਾ ਕਰਿਓ ਜਾਂ ਉਹਦੇ ਜਸਟਿਸ ਦੀ ਲੜਾਈ ਦੇ ਬਾਰੇ ਕੋਈ ਗੱਲ ਨਾ ਕਰਿਓ, ਤਾਂ ਜ਼ਰੂਰ ਕਰੋ ਔਰ ਉਹਨੂੰ ਦਿਖਾਓ ਵੀ। ਚੀਜ਼ ਹੁਣ ਇਹ ਵੀ ਦੇਖਣ ਨੂੰ ਮਿਲ ਰਹੀ ਹੈ, ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਜੀ ਦੀ ਮਾਤਾ ਨੇ ਗੱਲ ਕਹੀ ਵੀ ਜਦੋਂ ਤੱਕ ਮੇਰੇ ਪੁੱਤ ਨੂੰ, ਮੈਨੂੰ ਵੀ ਪਤਾ ਕਿ ਬਹੁਤ ਸਾਰੇ ਆਰਟਿਸਟ ਤੁਹਾਨੂੰ ਮਨਾ ਕਰ ਰਹੇ ਨੇ ਇਸ ਵੇਲੇ। ਬਿਲਕੁਲ, ਜਿਸ ਤਰ੍ਹਾਂ ਮੈਂ ਉਹਨਾਂ ਨੇ ਕਿਹਾ ਵੀ ਮੰਨਦੇ ਹੋ? ਮੈਂ ਕੁਝ ਨਹੀਂ ਕਹਿ ਸਕਦੀ ਇਸ 'ਤੇ, ਪਰ ਸਾਡਾ ਫਰਜ਼ ਜੋ ਹੈ ਮੂਸੇਵਾਲਾ ਜੀ ਨੂੰ ਇਨਸਾਫ ਹੋਊਗਾ। ਕਿਸੇ ਨੂੰ ਬਹੁਤ ਸਾਰਿਆਂ ਨੂੰ ਪੁੱਛਿਆ ਵੀ, ਜਵਾਬ ਵੀ ਆਇਆ ਵੀ, ਪਰ ਜਵਾਬ ਇਹ ਆਉਂਦਾ ਕਿ ਇੰਡਸਟਰੀ ਨੂੰ ਇਕੱਠੇ ਹੋਣਾ ਚਾਹੀਦਾ, ਪਰ ਉਹ ਇਕੱਠੇ, ਸਵਾਲ ਇਹੀ ਆ ਜਾਂਦਾ ਹੁੰਦੇ ਕਿਉਂ? ਹੁੰਦੇ ਨਹੀਂ। ਸਿੱਧੂ ਨੂੰ ਨਹੀਂ ਨਾ, ਕਹਿਣ ਨੂੰ ਤੇ ਕਰਨ ਨੂੰ ਬਹੁਤ, ਹਾਂ, ਕਹਿਣ ਤੇ ਕਥਨੀ ਦੇ ਵਿੱਚ ਬਹੁਤ, ਕਥਨੀ ਔਰ ਕਰਨੀ ਮੇਂ ਫਰਕ ਹੁੰਦਾ ਹੈ ਨਾ। ਤੇ ਕਹਿਣ ਨੂੰ ਤਾਂ ਬਸ ਹੁਣ ਕਹਿ ਦਿੰਦੇ ਨੇ ਵੀ, ਐਵੇਂ ਹੀ ਬੋਲੀ ਜਾਂਦੇ ਨੇ, ਐਵੇਂ ਹੀ ਚੱਕ ਕੇ ਹੈ ਨਾ ਹੈਸ਼ਟੈਗ ਬਣਾਈ ਜਾਂਦੇ, ਪਰ ਨਾਲ ਵੀ ਖੜੇ ਆ, ਤੁਸੀਂ ਵੀ ਆਓ। ਬਿਲਕੁਲ, ਜਿਸ ਤਰ੍ਹਾਂ ਮੂਸੇਵਾਲੇ ਜੀ ਦੀ ਮਾਤਾ ਨੇ ਕਿਹਾ ਕਿ ਜਦੋਂ ਤੱਕ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਕੁਝ ਟਾਈਮ ਤੱਕ ਉਹਨਾਂ ਦੇ ਗੀਤ ਨਹੀਂ ਰਿਲੀਜ਼ ਕਰਨੇ। ਹਾਲ ਹੀ ਦੇ ਵਿੱਚ ਸਲੀਮ ਮਰਚੈਂਟ ਦੇ ਵੱਲੋਂ ਐਲਾਨ ਕਰਤਾ ਵੀ ਉਹਨਾਂ ਦਾ ਗੀਤ ਐਲਾਨ ਕੀਤਾ ਜਾਣਾ। ਕਿਉਂ ਹਜੇ ਵੀ ਉਹ ਸ਼ਖਸੀਅਤ ਨੂੰ ਲੈ ਕੇ ਫੇਮਸ ਹੋਣ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ? ਉਹਦੇ ਬਾਰੇ ਕੱਲ ਮੇਰੀ ਗੱਲ ਹੋਈ ਸੀਗੀ ਆਂਟੀ ਹੁਣਾਂ ਨਾਲ, ਤੇ ਉਹ ਇਹ ਗੱਲ ਕਹਿ ਰਹੇ ਆ ਕਿ ਜਦੋਂ ਲਾਸਟ ਟਾਈਮ ਹੋਇਆ ਸੀ ਗਾਣਾ ਰਿਕਾਰਡ, ਮੇਰੀ ਨੌਲੇਜ ਦੇ ਵਿੱਚ ਹੈਗਾ, ਮੈਂ ਵੀ ਸਲੀਮ ਮਰਚੈਂਟ ਉਹਨਾਂ ਨੂੰ ਮਿਲੀ ਸੀਗੀ, ਤੇ ਉਹਨਾਂ ਨੇ, ਹਰ ਇੱਕ ਬੰਦਾ ਸਿੱਧੂ ਨਾਲ ਗਾਣਾ ਕਰਨਾ ਚਾਹੁੰਦਾ ਸੀਗਾ। ਉਹ ਹਾਲੀਵੁੱਡ ਤੱਕ ਉਹਦੀ ਮਾਰ ਸੀਗੀ, ਹੈ ਨਾ। ਹਰ ਇੱਕ ਬੰਦਾ ਉਹਨੂੰ ਚਾਹੁੰਦਾ ਸੀਗਾ ਅਸੀਂ ਉਹਨੂੰ ਰਿਕਾਰਡ ਕਰੀਏ, ਉਹਦੇ ਨਾਲ ਕੋਲੈਬੋਰੇਸ਼ਨ ਕਰੀਏ, ਹਰ ਇੱਕ ਬੰਦਾ ਚਾਹੁੰਦਾ ਸੀਗਾ। ਰਿਕਾਰਡ ਹੋਇਆ ਗਾਣਾ, ਪਰ ਉਹ ਗਾਣਾ ਇਸ ਤਰੀਕੇ ਨਾਲ ਰਿਕਾਰਡ ਹੋਇਆ ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਕਿ ਇਹ ਗਾਣਾ ਹਾਲੀਵੁੱਡ ਜਾਂ ਫਿਰ ਕਿਸੇ ਹਿੰਦੀ ਮੂਵੀ ਦੇ ਵਿੱਚ ਗਾਣਾ ਪਾਇਆ ਜਾਊਗਾ, ਪਰ ਉਹ ਗਾਣੇ ਨੂੰ ਪ੍ਰਾਈਵੇਟ ਰਿਲੀਜ਼ ਕਰ ਰਹੇ ਨੇ।
ਉਹਨਾਂ ਨੇ ਕਿਸੇ ਨਵੀਆਂ ਜਿਵੇਂ ਐਪਸ ਅੱਜ ਕੱਲ੍ਹ ਚੱਲ ਰਹੀਆਂ ਨੇ ਜਿਹਦੇ ਵਿੱਚ ਸ਼ੇਅਰ ਤੁਸੀਂ ਆਪਣਾ ਪਾ ਸਕਦੇ ਹੋ, ਉੱਦਾਂ ਉਹਨਾਂ ਨੇ ਗਾਣਾ ਸੇਲ ਕਰਤਾ ਸ਼ਾਇਦ ਅੱਗੇ ਕਿਸੇ ਨੂੰ। ਸੋ ਉਹਨਾਂ ਨੂੰ ਤਕਲੀਫ ਇਸ ਗੱਲ ਤੋਂ ਹੋਈ ਕਿ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ, ਉਹਨਾਂ ਨੂੰ ਇਸ ਗੱਲ ਦਾ ਧੱਕਾ ਲੱਗਿਆ ਔਰ ਉਹਨਾਂ ਤੋਂ ਪਰਮਿਸ਼ਨ ਨਹੀਂ ਲਈ ਗਈ। ਔਰ ਉਹਨਾਂ ਦੀ ਨੌਲੇਜ ਵਿੱਚ ਜੋ ਸਿੱਧੂ ਨੇ ਦੱਸਿਆ ਸੀਗਾ ਕਿ ਇਹ ਫਿਲਮ ਦੇ ਲਈ ਉਹਨਾਂ ਨੇ ਗਾਣਾ ਰਿਕਾਰਡ ਕੀਤਾ, ਕਿਉਂਕਿ ਓਬਵੀਅਸਲੀ ਕੋਈ ਬੰਬੇ ਤੋਂ ਆਉਂਦਾ ਹੈ ਔਰ ਉਹ ਇੱਕ ਫਿਲਮ ਮਿਊਜ਼ਿਕ ਡਾਇਰੈਕਟਰ ਹੈ, ਸੋ ਓਬਵੀਅਸਲੀ ਉਹ ਫਿਲਮ ਦਾ ਕਹਿ ਕੇ ਉਹ ਲੈ ਕੇ ਗਏ ਹੋਣਗੇ ਗਾਣਾ। ਸੋ ਹੁਣ ਆਬਜੈਕਸ਼ਨ ਜਿਹੜੀ ਗੱਲ 'ਤੇ ਹੈਗਾ ਉਹ ਕਿ ਇਹਨੂੰ ਜਾਂ ਤਾਂ ਸਿੱਧੂ ਦੇ ਚੈਨਲ 'ਤੇ ਹੋਣਾ ਚਾਹੀਦਾ, ਇਹ ਉਹਨਾਂ ਨੇ ਨਹੀਂ ਕਿਹਾ, ਪਰ ਮੈਨੂੰ ਇਹ ਲੱਗਦਾ ਔਰ ਮੈਨੂੰ ਲੱਗਦਾ ਕਿ ਮੇਰੇ ਤਰ੍ਹਾਂ ਹੋਰ ਵੀ ਲੋਕਾਂ ਨੂੰ ਇਹੀ ਲੱਗ ਰਿਹਾ ਹੋਣਾ ਕਿ ਇਹਨੂੰ ਸਿੱਧੂ ਦੇ ਚੈਨਲ 'ਤੇ ਰਿਲੀਜ਼ ਕਰਨਾ ਚਾਹੀਦਾ। ਬਾਕੀ ਮੈਨੂੰ ਲੱਗਦਾ ਨਹੀਂ ਕਿ ਗਾਣਾ ਰਿਲੀਜ਼ ਹੋਊਗਾ। ਜਿਸ ਤਰ੍ਹਾਂ ਬਹੁਤ ਸਾਰੇ ਸਿਆਸਤਦਾਨ ਲਗਾਤਾਰ ਮੂਸੇਵਾਲਾ ਜੀ ਦੀ ਹਵੇਲੀ ਜਾਂਦੇ ਨੇ, ਉਹਨਾਂ ਦੇ ਮਾਤਾ ਪਿਤਾ ਨਾਲ ਮੁਲਾਕਾਤ ਕਰਦੇ ਨੇ, ਦੁੱਖ ਸਾਂਝਾ ਕਰਦੇ ਨੇ, ਕੀ ਲੱਗਦਾ ਹੈ ਵੀ ਜਿੱਥੇ ਇੰਡਸਟਰੀ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਲੀਡਰਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਹੈ, ਤਾਂ ਹੀ ਅਸੀਂ ਉਸ ਮਾਤਾ ਪਿਤਾ ਨੂੰ ਇਨਸਾਫ ਦਿਵਾ ਸਕਾਂਗੇ? ਕੀ ਤੁਹਾਨੂੰ ਲੱਗਦਾ ਪੋਲੀਟੀਕਲੀ ਕਦੇ ਵੀ ਕੋਈ ਬੰਦਾ ਇੱਕੋ ਗੱਲ ਕਰੂਗਾ? ਪਰ ਜੇ ਰਾਜਨੀਤੀ ਚਮਕਾਉਣ ਐਸੀ ਚੀਜ਼ ਹੈ ਜਿਹਦੇ ਵਿੱਚ ਹਮੇਸ਼ਾ ਬੰਦਾ ਆਪਣੀ ਪਾਰਟੀ ਔਰ ਆਪਣਾ ਇੱਕ ਪੱਖ ਦੇਖ ਕੇ ਚੱਲਦਾ। ਸੋ ਇਹਦੇ ਵਿੱਚ ਤਾਂ ਅਸੀਂ ਜਿਹੜੀ ਮੌਜੂਦਾ ਸਰਕਾਰ ਹੈ ਅਸੀਂ ਉਹਦੇ ਤੋਂ ਜਸਟਿਸ ਦੀ ਉਮੀਦ ਕਰਦੇ ਹਾਂ, ਕਿਉਂਕਿ ਹਮੇਸ਼ਾ ਉਹ ਕਹਿੰਦੇ ਆ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ। ਸੋ ਆਮ ਲੋਕਾਂ ਦਾ ਅਗਰ ਉਹਨਾਂ ਦੀ ਸਰਕਾਰ ਦੇ ਵਿੱਚ ਇਹ ਹਸ਼ਰ ਹੋਵੇ ਕਿ ਉਹਨੂੰ ਸ਼ਰੇਆਮ ਇੱਕ ਹਾਈ ਪ੍ਰੋਫਾਈਲ ਕਿਸੇ ਪਰਸਨੈਲਿਟੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਹੋ ਜੇ ਔਰ ਉਹ ਲਟਕਦੀ ਰਹੇ ਉਹਦੀ ਇਨਕੁਆਇਰੀ ਜਾਂ ਉਹਦੀ ਚਾਰਜ ਸ਼ੀਟ, ਇਹ ਐਕਸਪੈਕਟ ਨਹੀਂ ਕਰ ਸਕਦੇ ਮੌਜੂਦਾ ਸਰਕਾਰ ਤੋਂ, ਬਿਕਾਜ਼ ਉਹ ਆਮ ਲੋਕਾਂ ਦੀ ਪਾਰਟੀ ਹੈ। ਸੋ ਅਸੀਂ ਉਮੀਦ ਇਹਨਾਂ ਤੋਂ ਹੀ ਕਰਦੇ ਹਾਂ ਕਿ ਇਹ ਜ਼ਰੂਰ ਕੁਛ ਕਰਨਗੇ। ਮੈਨੂੰ ਲੱਗਦਾ ਇੱਕ ਹੋਰ ਚੀਜ਼ ਹੈ ਕਿ ਇਹਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੇ ਨਾਲੋਂ ਇਹ ਪੰਜਾਬ ਪੁਲਿਸ ਦੇ ਕੋਲ ਇਹ ਕੇਸ ਰਹਿਣਾ ਚਾਹੀਦਾ, ਉਹਦੀ ਇਨਕੁਆਇਰੀ ਜਿਹੜੀ ਹੈਗੀ ਉਹ ਪੰਜਾਬ ਪੁਲਿਸ ਹੀ ਕਰੇ ਔਰ ਪੰਜਾਬ ਸਰਕਾਰ ਨੂੰ ਇਹਦੇ 'ਤੇ ਜ਼ਰੂਰ ਐਕਸ਼ਨ ਲੈਣਾ ਚਾਹੀਦਾ। ਅਦਰਵਾਈਜ਼ ਜਿਹੜਾ ਹੈਗਾ ਬਿਗਲ ਤਾਂ ਵੱਜ ਚੁੱਕਿਆ। ਇਸ ਤੋਂ ਬਾਅਦ 1 ਮਾਰਚ ਇਹ ਹੋਇਆ, ਅਗਰ ਕੁਛ ਅੱਗੇ ਹੋਰ ਨਹੀਂ ਬਣਦਾ, ਹੋਰ ਡਿਲੇ ਹੁੰਦਾ ਤਾਂ ਡਿਲੇ ਦੇ ਇਨ ਦੈਟ ਕੇਸ ਹੋਰ ਮਾਰਚ ਜ਼ਰੂਰ ਕੀਤਾ ਜਾਏਗਾ, ਜਿਵੇਂ ਵੀ ਅੰਕਲ ਆਂਟੀ ਦੀ ਕਾਲ ਹੋਏਗੀ। ਲੋਕ ਤੁਹਾਡੇ ਨੂੰ ਲੈ ਕੇ ਨਾ ਇੱਕ ਕਮੈਂਟ ਜ਼ਰੂਰ ਕਰ ਰਹੇ ਨੇ, ਕਹਿੰਦੇ ਵੀ ਇੱਕ ਸਕੀ ਭੈਣ ਨਹੀਂ ਸੀ ਪਰ ਰੁਪਿੰਦਰ ਹਾਂਡਾ ਨੇ ਸਕੀਆਂ ਭੈਣਾਂ ਨਾਲੋਂ ਵੱਧ ਕੇ ਉਸ ਇਨਸਾਨ ਦੇ ਲਈ ਆਪਣੇ ਫਰਜ਼ ਨਿਭਾ ਰਹੀ ਹੈ। ਮੈਨੂੰ ਇਹ ਲੱਗਦਾ ਕਿ ਮੈਂ ਇਮੋਸ਼ਨਲ ਹੈਗੀ ਹਾਂ। ਮੈਂ ਸਿੱਧੂ ਦੇ ਨਾਲ ਕਨੈਕਟ ਸੀ, ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀਗੀ, ਪਰ ਮੈਂ ਕਦੇ ਅੰਕਲ ਆਂਟੀ ਨੂੰ ਨਹੀਂ ਮਿਲੀ ਸੀਗੀ। ਅੰਕਲ ਆਂਟੀ ਨੂੰ ਮਿਲਣਾ ਹੋਇਆ ਉਹਦੇ ਜਾਣ ਤੋਂ ਬਾਅਦ, ਔਰ ਮੈਂ ਜਦੋਂ ਉਹਨਾਂ ਨੂੰ ਮਿਲ ਕੇ ਆਈ ਨਾ ਮੈਨੂੰ ਚੈਨ ਨਹੀਂ ਪੈ ਰਿਹਾ ਸੀਗਾ। ਮੈਨੂੰ ਉਹਨਾਂ ਦੇ ਚਿਹਰੇ ਵੇਖ ਕੇ, ਉਹਨਾਂ ਦੀ ਨਿਰਾਸ਼ਾ ਵੇਖ ਕੇ, ਉਹਨਾਂ ਦੇ ਜਿਹੜੇ ਉਹਨਾਂ ਦੇ ਇਮੋਸ਼ਨ ਸੀਗੇ ਨਾ ਉਹ ਬਾਰ-ਬਾਰ ਸਵਿਚ ਹੋ ਰਹੇ ਸੀਗੇ। ਉਹ ਚੀਜ਼ਾਂ ਨਾ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਨੇ। ਬਸ ਮੈਂ ਉਦੋਂ ਸੋਚਿਆ ਕਿ ਅਗਰ ਕੋਈ ਹੋਰ ਨਹੀਂ, ਦੇਖੋ ਹਰ ਇੱਕ ਬੰਦਾ ਇਹ ਸੋਚਦਾ ਨਾ ਪਹਿਲ ਕੋਈ ਹੋਰ ਕਰੂਗਾ, ਸਾਡੇ ਤੋਂ ਵੀ ਸੀਨੀਅਰ ਲੋਕ ਬੈਠੇ ਨੇ, ਕੋਈ ਹੋਰ ਸ਼ੁਰੂਆਤ ਕਰੇਗਾ ਜਾਂ ਉਹਨਾਂ ਦੇ ਕਲੋਜ਼ ਹੋਰ ਬਹੁਤ ਲੋਕ ਨੇ। ਜਦੋਂ ਕਿਸੇ ਕਲੋਜ਼ ਨੇ ਨਹੀਂ ਕੀਤਾ ਫਿਰ ਮੈਂ ਇਸ ਚੀਜ਼ ਦੇ ਵਿੱਚ ਮੈਂ ਇਨੀਸ਼ੀਏਟਿਵ ਲਿਆ ਕਿ ਹੁਣ ਕਰਨਾ ਹੈ। ਔਰ ਇਸ ਕੰਟੈਕਸਟ ਦੇ ਵਿੱਚ ਮੇਰੀ ਨਾ ਤਾਂ ਅੰਕਲ ਨਾਲ ਗੱਲ ਹੋਈ, ਨਾ ਮੇਰੀ ਆਂਟੀ ਨਾਲ ਗੱਲ ਹੋਈ, ਵੈਸੇ ਹੀ ਬੈਠੇ ਬੈਠੇ ਉਹ ਹੈਸ਼ਟੈਗ ਜਿਹੜਾ ਸੀਗਾ ਉਹ ਇੱਕ ਪੋਸਟ ਪਾਈ, ਉਹ ਪੋਸਟ ਬਹੁਤ ਵਾਇਰਲ ਹੋਈ ਐਂਡ ਨੈਕਸਟ ਡੇ ਜਿਹੜਾ ਹੈਗਾ ਅੰਕਲ ਹੋਣਾ ਨੇ ਵੀ ਇਹ ਅਨਾਊਂਸ ਕੀਤਾ ਆਪਣੇ ਪੇਜ ਤੋਂ, ਜਦੋਂ ਉਹਨਾਂ ਦਾ ਪੇਜ ਬਣ ਗਿਆ ਕਿ ਅਸੀਂ ਹੈਸ਼ਟੈਗ ਨੂੰ ਜ਼ਰੂਰ ਅਸੀਂ ਯੂਜ਼ ਕਰਨਾ ਹੈ, ਕਿਉਂਕਿ ਅਗਰ ਅੱਜ ਦੀ ਮੌਜੂਦਾ ਸਰਕਾਰਾਂ ਹੈਸ਼ਟੈਗ 'ਤੇ ਚੱਲ ਸਕਦੀਆਂ ਤਾਂ ਸਾਡੇ ਪੁੱਤ ਨੂੰ ਕਿ ਜਸਟਿਸ ਨਹੀਂ ਮਿਲ ਸਕਦਾ ਉਸ ਚੀਜ਼ ਤੋਂ, ਕਿਉਂ ਅਸੀਂ ਆਮ ਲੋਕਾਂ ਨੂੰ ਨਾਲ ਜੋੜਨਾ, ਆਮ ਲੋਕਾਂ ਦੇ ਵਿੱਚ ਜ਼ਿਆਦਾ ਤਾਕਤ ਹੈ। ਔਰ ਜਦੋਂ ਤੱਕ ਇਹਨਾਂ ਦਾ ਸਾਥ ਰਹੂਗਾ ਉਹਨਾਂ ਨੂੰ ਵੀ ਹੌਸਲਾ ਮਿਲਦਾ ਰਹੂਗਾ, ਹਿੰਮਤ ਮਿਲਦੀ ਰਹੂਗੀ ਔਰ ਇਹ ਲੜਾਈ ਉਹ ਜ਼ਰੂਰ ਜਿੱਤਣਗੇ। ਉਹਨੂੰ ਇਨਸਾਫ, ਉਹਦੇ ਪਰਿਵਾਰ ਨੂੰ, ਸਿੱਧੂ ਨੂੰ ਇਨਸਾਫ ਮਿਲੂਗਾ। ਬਿਲਕੁਲ ਰੁਪਿੰਦਰ ਜੀ, ਮੇਰਾ ਆਖਰੀ ਸਵਾਲ ਹੈ, ਲੱਗਦਾ ਸਾਡੇ ਸਿਸਟਮ ਦੀ ਤਰਾਸਦੀ ਬਣ ਗਈ ਹੈ ਕਿ ਸੰਘਰਸ਼ ਕੀਤੇ ਬਿਨਾਂ ਇੱਕ ਇਨਸਾਨ ਨੂੰ ਇਨਸਾਫ ਵੀ ਨਹੀਂ ਮਿਲ ਰਿਹਾ। ਭਾਰਤ ਦੇਸ਼ ਹੈ ਮੇਰਾ, ਇੱਥੇ ਮੈਨੂੰ ਦੱਸ ਦਿਓ ਵੀ ਇੱਥੇ ਇੱਕ ਰੇਪ ਹੋਇਆ ਦਿੱਲੀ ਦੇ ਵਿੱਚ, ਨਿਰਭਇਆ ਕਾਂਡ, ਠੀਕ ਹੈ ਜੀ, ਕਿੰਨੇ ਸਾਲ ਬਾਅਦ ਉਹਦਾ ਇਨਸਾਫ ਹੋਇਆ? ਠੀਕ ਹੈ, ਇੱਥੇ ਬਹੁਤ ਕੁਛ ਹੁੰਦਾ, ਇਸ ਚੀਜ਼ ਲਈ ਸਾਰੇ ਤਿਆਰ ਨੇ, ਈਵਨ ਜਦ ਸਿੱਧੂ ਨੂੰ ਚਾਹੁਣ ਵਾਲੇ ਵੀ, ਸਿੱਧੂ ਦੇ ਪੇਰੈਂਟਸ ਵੀ, ਸਭ ਤਿਆਰ ਨੇ ਕਿ ਅਗਰ ਲੰਬੀ ਲੜਾਈ ਵੀ ਹੋਊਗੀ ਅਸੀਂ ਡਟ ਕੇ ਇਹ ਲੜਾਈ ਲੜਾਂਗੇ, ਕਿਉਂਕਿ ਅਗਰ ਇਹ ਲੜਾਈ ਨਾ ਲੜੀ ਗਈ ਤੇ ਇਹ ਫਿਰ
ਫਾਈਲਾਂ ਦੇ ਵਿੱਚ ਦਬ ਕੇ ਰਹਿ ਜੂਗੀ ਔਰ ਅਸਲੀ ਜਿਹੜੀ ਕਹਾਣੀ ਹੈ ਉਹ ਤਾਂ ਕਦੇ ਕਿਸੇ ਦੇ ਸਾਹਮਣੇ ਨਹੀਂ ਆਊਗੀ। ਸੋ ਉਹਨਾਂ ਦਾ ਮੇਨ ਮੋਟਿਵ ਹੈ ਕਿ ਜਿਹੜੇ ਅਸਲੀ ਗੁਨਾਹਗਾਰ ਨੇ ਨਾ, ਜਿਨ੍ਹਾਂ ਨੇ ਇਹ ਸਾਰੀ ਪਲਾਟ ਨੂੰ ਰਚਿਆ, ਇਹ ਸਾਰੀ ਪਲੈਨਿੰਗ ਕੀਤੀ ਹੈ, ਜਿਨ੍ਹਾਂ ਨੂੰ ਮਾਸਟਰਮਾਈਂਡ ਕਿਹਾ ਜਾ ਰਿਹਾ ਨਾ, ਅਸਲ 'ਚ ਉਹਨਾਂ ਦੇ ਪਿੱਛੇ ਵੀ ਹੋਰ ਮਾਸਟਰਮਾਈਂਡ ਨੇ। ਸੋ ਉਹ ਮਾਸਟਰਮਾਈਂਡ ਕੌਣ ਨੇ, ਉਹ ਲੋਕਾਂ ਦੇ ਅੱਗੇ ਆਉਣੇ ਜ਼ਰੂਰੀ ਨੇ। ਸੋ ਸਿਰਫ ਇਹ ਉਸ ਚੀਜ਼ ਦਾ ਜਸਟਿਸ ਦੀ ਮੰਗ ਹੋ ਰਹੀ ਆ ਔਰ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਔਰ ਸਾਰਿਆਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਇਹਦੇ ਵਿੱਚ ਕੁਝ ਮਾੜਾ ਨਹੀਂ ਹੈ। ਜਿਹੜੀ ਇੰਡਸਟਰੀ ਹੈ ਚੁੱਪ ਕਰਕੇ ਬੈਠੀ ਆ, ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਉਹਨਾਂ ਦੇ ਪੇਰੈਂਟਸ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ, ਉਹਨਾਂ ਦਾ ਥੰਬ ਬਣੋ। ਤੁਹਾਡੇ ਨਾਲ ਆਮ ਲੋਕ ਵੀ ਜੁੜਨਗੇ ਔਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਤਾਂ ਇਹ ਸਨ ਰੁਪਿੰਦਰ ਹਾਂਡਾ ਜੀ, ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆਖਿਰਕਾਰ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਜਿੰਨਾ ਵੀ ਲੰਮਾ ਸੰਘਰਸ਼ ਕਰਨਾ ਪਿਆ, ਸਾਡੇ ਵੱਲੋਂ ਉਹ ਸੰਘਰਸ਼ ਕੀਤਾ ਜਾਏਗਾ, ਕਿਉਂਕਿ ਗੱਲ ਇੱਕ ਇਨਸਾਨ ਦੀ ਨਹੀਂ ਬਲਕਿ ਉਸ ਇਨਸਾਫ ਦੀ ਹੈ ਜਿਸ ਨੂੰ ਨਿਆਂਈ ਮੌਤੇ ਜੋ ਹੈ ਮਾਰ ਦਿੱਤਾ ਗਿਆ। ਤਾਂ ਦੇਖਦੇ ਹਾਂ ਕਿ ਸਰਕਾਰਾਂ ਦੇ ਵੱਲੋਂ ਹੁਣ ਕੀ ਪਹਿਲ ਕਦਮੀ ਕੀਤੀ ਜਾਂਦੀ ਹੈ, ਕਦੋਂ ਸਿੱਧੂ ਮੂਸੇਵਾਲਾ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਦਾ ਹੈ।